ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਅੱਜ ਅਸੀਂ ਕਾਨੜੇ ਕੀ ਵਾਰ ਦੀ ਵਿਚਾਰ ਆਰੰਭ ਕਰਾਂਗੇ। ਇਹ ਪਾਵਨ ਵਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1312 ਤੇ ਅੰਕਿਤ ਹੈ। ਕਾਨੜੇ ਕੀ ਵਾਰ महला चौथा, मूसे की वार की धुनी। मूसे की वार की धुनी। मूसा एक सूरमा होया है। इसकी मंगेतर किसी राजे नाल व्याही गई ते इसने बहादरी दे नाल उस राजे नूं इस्त्री समेत कैद कर आंदा। पर जद इस इस्त्री तो पूछया कि तू किसती हो के रहना चाहुंदी है, ਤਾਂ ਉਸਨੇ ਕਿਹਾ ਕਿ ਜਿਸ ਦੇ ਨਾਲ ਵਿਆਹੀ ਗਈ ਹਾਂ ਮੈਂ ਉਸੇ ਦੀ ਹਾਂ। ਇਹ ਸੁਣ ਕੇ ਮੂਸੇ ਨੇ ਉਹਨਾਂ ਨੂੰ ਮਾਫ ਕਰ ਦਿੱਤਾ, ਸਗੋਂ ਇਸਤਰੀ ਨੂੰ ਬੜੇ ਮਾਣ ਦੇ ਨਾਲ ਉਸੇ ਰਾਜੇ ਦੇ ਨਾਲ ਵਾਪਸ ਮੋੜ ਦਿੱਤਾ। ਇਸ ਸੰਬੰਧੀ ਢਾਡੀਆਂ ਨੇ ਵਾਰ ਗਾਵੀ ਤੇ ਉਸ ਵਾਰ ਦੇ ਢੰਗ ਤੇ ਇਸ ਵਾਰ ਨੂੰ ਪੜਨ ਦੀ ਹਿਦਾਇਤ ਗੁਰੂ ਸਾਹਿਬ ਜੀ ਨੇ ਕੀਤੀ ਹੈ। ਉਹਦੀ ਵਾਰ ਦਾ ਨਮੂਨਾ ਜਿਹੜਾ ਹੈ ਪੌੜੀ ਦਾ ਇਹ ਹੈ। 63 ਮਰਾਤਬਾ ਇੱਕ ਗੁਰੀਏ ਡੱਗੇ ਚੜਿਆ ਮੂਸਾ ਪਾਤਸ਼ਾਹ ਸਭ ਜਗ ਪਰਖੈ ਦੰਦ ਚਿੱਟੇ ਬੜ ਹਾਥੀਆਂ ਕਹੋ ਕਿਤ ਵਰਗੈ ਰੁੱਤ ਪਚਾਤੀ ਬਗਲਿਆਂ ਘਟ ਕਾਲੀ ਅੱਗੇ ਇਹੀ ਕੀਤੀ ਮੂਸਿਆ ਕਿਨ ਕਰੀ ਨਾ ਅੱਗੇ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪत्ति, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ। ਸਤ ਤੋਂ ਭਾਵ ਜੋ ਸदैव ਹੈ, ਅਵਿਨਾਸ਼ੀ ਹੈ, ਜਿਸ ਦਾ ਕਦੇ ਵਿਨਾਸ਼ ਨਹੀਂ ਹੋਣਾ। ਗੁਰ ਪ੍ਰਸਾਦ ਦਾ ਮਤਲਬ ਗੁਰੂ ਦੀ ਰਹਿਮਤ ਸਦਕਾ, ਗੁਰੂ ਦੀ ਬਖਸ਼ਿਸ਼ ਦੇ ਨਾਲ ਐਸੀ ਪਰਮ ਸੱਤਿਆ ਪ੍ਰਭੂ ਦੀ ਸਮਝ ਆਉਂਦੀ ਹੈ ਔਰ ਉਸ ਦੇ ਨਾਲ ਤਾਲਮੇਲ ਬਣਦਾ ਹੈ, ਰਜਾ ਭਾਣੇ ਦੀ ਸਮਝ ਆਉਂਦੀ ਹੈ ਔਰ ਅਸੀਂ ਉਸ ਵਿੱਚ ਸਮਾ ਸਕਦੇ ਹਾਂ। ਸ਼ਲੋਕ ਮਹਿਲਾ ਚੌਥਾ। ਰਾਮ ਨਾਮ ਨਿਧਾਨ ਹਰ ਗੁਰਮਤ ਰਖ ਉਰ ਧਾਰ। ਨਿਧਾਨ ਦਾ ਮਤਲਬ ਖਜ਼ਾਨਾ, ਉਰ ਦਾ ਮਤਲਬ ਹਿਰਦਾ ਯਾਨੀ ਸੋਚ, ਧਾਰ ਦਾ ਮਤਲਬ ਟਿਕਾ ਕੇ, ਰੱਖ ਕੇ। ਗੁਰੂ ਜੀ ਕਹਿੰਦੇ ਨੇ ਜੋ ਪ੍ਰਭੂ ਦਾ ਹੁਕਮ ਹੈ ਇਹੀ ਅਸਲ ਖਜ਼ਾਨਾ ਹੈ। ਪ੍ਰਭੂ ਦੀ ਜੋ ਸਿਫਤ ਸਲਾਹ ਹੈ ਇਹੀ ਅਸਲ ਖਜ਼ਾਨਾ ਹੈ। ਗੁਰੂ ਦੀ ਮੱਤ ਤੇ ਤੁਰ ਕੇ ਯਾਨੀ ਗੁਰੂ ਤੋਂ ਗਿਆਨ ਦੀ ਦਾਤ ਹਾਸਲ ਕਰਕੇ ਇਸ ਨਾਮ ਖਜ਼ਾਨੇ ਨੂੰ, ਰੱਬੀ ਸਿਫਤ ਸਲਾਹ ਨੂੰ ਆਪਣੀ ਸੋਚ ਦੇ ਅੰਦਰ ਟਿਕਾ ਕੇ ਰੱਖ, ਆਪਣੇ ਹਿਰਦੇ ਦੇ ਅੰਦਰ ਟਿਕਾ ਕੇ ਰੱਖ, ਕਿਉਂਕਿ ਅਸਲ ਖਜ਼ਾਨਾ ਇਹੀ ਹੈ ਜੋ ਰੱਬੀ ਰਜ਼ਾ ਵਿੱਚ ਤੁਰਨਾ ਹੈ ਔਰ ਰੱਬੀ ਗੁਣਾਂ ਦੇ ਧਾਰਨੀ ਹੋਣਾ ਹੈ। ਦਾਸਨ ਦਾਸਾ ਹੋਈ ਰਹੋ ਹਉਮੈ ਵਿਖਿਆ ਮਾਰ। ਗੁਰੂ ਦੀ ਮੱਤ ਦੇ ਧਾਰਨੀ ਹੋ ਕੇ ਰੱਬੀ ਗੁਣਾਂ ਦਾ ਧਾਰਨੀ ਬਣ ਔਰ ਇਹਦੀ ਬਰਕਤ ਦੇ ਨਾਲ ਹਉਮੈ ਰੂਪ ਮਾਇਆ ਦੇ ਪ੍ਰਭਾਵ ਨੂੰ ਆਪਣੇ ਅੰਦਰੋਂ ਮੁਕਾ ਦੇ। ਵਿਖਿਆ ਦਾ ਮਤਲਬ ਜ਼ਹਿਰ। ਜਿਹੜੀ ਚੀਜ਼ ਖਾਣ ਦੇ ਨਾਲ ਸਰੀਰ ਮਰ ਜਾਏ ਉਹਨੂੰ ਜ਼ਹਿਰ ਕਹਿੰਦੇ ਨੇ, ਤੇ ਜਿਨ੍ਹਾਂ ਔਗਣਾਂ ਦੀ ਵਰਤੋਂ ਕਰਨ ਦੇ ਨਾਲ ਜ਼ਮੀਰ ਮਰ ਜਾਏ, ਇਨਸਾਨੀਅਤ ਮਰ ਜਾਏ, ਉਸ ਨੂੰ ਵੀ ਜ਼ਹਿਰ ਕਹਿ ਰਹੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਹਉਮੈ ਰੂਪ ਜੋ ਮਾਇਆ ਹੈ, ਜ਼ਹਿਰ ਹੈ, ਇਸ ਹਉਮੈ ਨੂੰ ਆਪਣੇ ਅੰਦਰੋਂ ਮਾਰ ਦੇ, ਗੁਰੂ ਦੀ ਮੱਤ ਦੇ ਧਾਰਨੀ ਹੋ ਕਰਕੇ। ਇਹਦੇ ਨਾਲ ਕੀ ਹੋਏਗਾ? ਜੋ ਐਸੀ ਕਿਰਤ ਕਰੇਗਾ, ਜੋ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਰੱਬੀ ਗੁਣਾਂ ਦੇ ਖਜ਼ਾਨੇ ਨੂੰ ਆਪਣੇ ਹਿਰਦੇ ਵਿੱਚ ਵਸਾਏਗਾ, ਆਪਣੇ ਅੰਦਰੋਂ ਹਉਮੈ ਦੀ ਜ਼ਹਿਰ ਨੂੰ ਮਾਰੇਗਾ, ਉਹਨੂੰ ਫਲ ਕੀ ਮਿਲੇਗਾ? ਜਨਮ ਪਦਾਰਥ ਜੀਤਿਆ ਕਦੇ ਨਾ ਆਵੇ ਹਾਰ। ਜਿਹੜਾ ਵੀ ਮਨੁੱਖ ਇਹ ਉਦਮ ਕਰਦਾ ਹੈ ਉਹ ਮਨੁੱਖ ਆਪਣੇ ਜੀਵਨ ਬਾਜੀ ਨੂੰ ਜਿੱਤ ਜਾਂਦਾ ਹੈ, ਯਾਨੀ ਜੀਵਨ ਮਨੋਰਥ ਨੂੰ ਪਾ ਲੈਂਦਾ ਹੈ। ਉਹ ਆਪਣੇ ਜੀਵਨ ਦੇ ਕੀਮਤੀ ਮਨੋਰਥ ਨੂੰ ਹਾਸਲ ਕਰ ਲੈਂਦਾ ਹੈ। ਉਹ ਕਦੇ ਵੀ ਜੀਵਨ ਬਾਜੀ ਨੂੰ ਹਾਰ ਕੇ ਨਹੀਂ ਆਉਂਦਾ, ਉਹ ਹਮੇਸ਼ਾ ਜੀਵਨ ਬਾਜੀ ਨੂੰ ਜਿੱਤਦਾ ਹੈ, ਯਾਨੀ ਜੀਵਨ ਦੇ ਅਸਲ ਮਨੋਰਥ ਨੂੰ ਪ੍ਰਾਪਤ ਕਰ ਲੈਂਦਾ ਹੈ। ਧੰਨ ਧੰਨ ਵਡਭਾਗੀ ਨਾਨਕਾ ਜਿਨ ਗੁਰਮਤਿ ਹਰ ਰਸ ਸਾਰ।
ਜਿਨ ਦਾ ਮਤਲਬ ਜਿਨ੍ਹਾਂ ਨੇ, ਰਸ ਦਾ ਮਤਲਬ ਰਸ, ਸਵਾਦ, ਸਾਰ ਦਾ ਮਤਲਬ ਸੰਭਾਲਿਆ ਹੈ, ਯਾਨੀ ਚਖਿਆ ਹੈ, ਯਾਨੀ ਮਾਣਿਆ ਹੈ। ਗੁਰੂ ਜੀ ਕਹਿੰਦੇ ਨੇ ਧਨ ਨੇ ਉਹ ਇਨਸਾਨ, ਵਡਭਾਗੀ ਨੇ ਉਹ ਇਨਸਾਨ ਜਿਨ੍ਹਾਂ ਨੇ ਸਤਿਗੁਰ ਦੀ ਸਿੱਖਿਆ ਲੈ ਕੇ ਹਰੀ ਦੇ ਗੁਣਾਂ ਦੇ ਰਸ ਨੂੰ ਚਖਿਆ ਹੈ, ਹਰੀ ਦੇ ਰਸ ਤੇ ਗੁਣਾਂ ਨੂੰ ਮਾਣਿਆ ਹੈ। ਦੇਖੋ, ਗੁਣ ਦੀ ਗੱਲ ਕਰਨੀ ਵੱਖਰੀ ਗੱਲ ਹੈ ਔਰ ਗੁਣਾਂ ਦੇ ਰਸ ਨੂੰ ਚਖਣਾ ਇਹ ਵੱਖਰੀ ਗੱਲ ਹੈ। ਜਿਵੇਂ ਅਸੀਂ ਕਹਿੰਦੇ ਆ ਸੱਚ ਬੋਲੋ, ਦਇਆ ਕਰੋ, ਪਿਆਰ ਕਰੋ, ਇਹ ਹੈ ਗੁਣਾਂ ਦੀ ਗੱਲ ਕਰਨੀ। ਪਰ ਇਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਕੇ ਜੋ ਇਹਨਾਂ ਗੁਣਾਂ ਰਾਹੀਂ ਸੁੱਖ ਜ਼ਿੰਦਗੀ ਵਿੱਚ ਪੈਦਾ ਹੋਣਾ ਹੈ, ਉਹਨੂੰ ਮੰਨਣਾ ਵੱਖਰੀ ਗੱਲ ਹੈ। ਤਾਂ ਇੱਥੇ ਸਾਰ ਦਾ ਮੀਨਿੰਗ ਹੈ ਕਿ ਉਹਨਾਂ ਗੁਣਾਂ ਨੂੰ ਇੰਪਲੀਮੈਂਟ ਕਰਕੇ ਜਿਨ੍ਹਾਂ ਨੇ ਉਹਨਾਂ ਗੁਣਾਂ ਦੇ ਸੁੱਖ ਨੂੰ, ਆਨੰਦ ਨੂੰ ਮਾਣਿਆ ਹੈ, ਉਹ ਵੱਡੇ ਭਾਗਾਂ ਵਾਲੇ ਨੇ। ਮਹਿਲਾ ਚੌਥਾ। ਗੋਵਿੰਦ 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 ਹਰ, ਗੋਵਿੰਦ ਗੁਣੀ ਨਿਧਾਨ। ਇਹ ਜੋ ਗੋਵਿੰਦ ਸ਼ਬਦ ਲਿਖਿਆ ਹੈ, ਗੋਵਿੰਦ ਵੱਵੇ ਦੀ ਸਿਹਾਰੀ ਨਾਲ ਬਿੰਦੀ ਲਗਾ ਕੇ ਪੜਨਾ ਹੈ ਗੋਵਿੰਦ। ਜਿਵੇਂ ਪਹਿਲਾਂ ਲਿਖਿਆ ਨਾ ਗੋਵਿੰਦ, ਅੱਗੇ ਗੋਵਿੰਦ ਗੋਵਿੰਦ ਹੈ ਤਾਂ ਗੋਵਿੰਦ ਗੋਵਿੰਦ ਪੜਨਾ ਹੈ। ਗੋਵਿੰਦ 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 ਹਰ, ਗੋਵਿੰਦ ਗੁਣੀ ਨਿਧਾਨ। ਗੁਣੀ ਨਿਧਾਨ ਦਾ ਮਤਲਬ ਗੁਣਾਂ ਦਾ ਖਜ਼ਾਨਾ। ਗੋ ਦਾ ਮਤਲਬ ਸ੍ਰਿਸ਼ਟੀ, ਵਿੰਦ ਦਾ ਮਤਲਬ ਪੈਦਾ ਕਰਨ ਵਾਲਾ ਯਾਨੀ ਪ੍ਰਭੂ। ਸਿਰਫ ਪ੍ਰਭੂ ਹੀ ਸਾਰੇ ਗੁਣਾਂ ਦਾ ਖਜ਼ਾਨਾ ਹੈ। ਗੋਵਿੰਦ ਗੁਣੀ ਨਿਧਾਨ ਗੁਣਾਂ ਦਾ ਖਜ਼ਾਨਾ ਹੈ। ਰੱਬ ਕੀ ਇੱਕ ਗੁਣਾਂ ਦਾ ਖਜ਼ਾਨਾ। ਜਿਵੇਂ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਵਿੱਚ ਰੱਬੀ ਗੁਣ ਦੱਸੇ ਨੇ, ਤਾਂ ਰੱਬ ਇੱਕ ਗੁਣਾਂ ਦਾ ਖਜ਼ਾਨਾ ਹੈ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਗੋਵਿੰਦ ਗੋਵਿੰਦ ਗੁਰਮਤਿ ਧਿਆਈਐ, ਤਾਂ ਦਰਗਾਹ ਪਾਈਐ ਮਾਨ। ਗੁਰਮਤਿ ਦਾ ਮਤਲਬ ਗੁਰੂ ਦੀ ਸਿੱਖਿਆ ਲੈ ਕੇ, ਗੁਰੂ ਤੋਂ ਗਿਆਨ ਦੀ ਦਾਤ ਲੈ ਕੇ। ਧਿਆਈਏ ਦਾ ਮਤਲਬ ਧਿਆਨ ਵਿੱਚ ਰੱਖੀਏ, ਲਗਨ ਲਾਈਏ। ਜਦੋਂ ਗੁਰੂ ਦੀ ਸਿੱਖਿਆ ਤੇ ਤੁਰ ਕੇ ਪ੍ਰਭੂ ਦੇ ਗੁਣਾਂ ਵਿੱਚ ਲਗਨ ਲਗਾਈਏ ਤਾਂ ਦਰਗਾਹ ਪਾਈਏ ਮਾਨ। ਤਾਂ ਪ੍ਰਭੂ ਦੀ ਦਰਗਾਹ ਵਿੱਚ ਯਾਨੀ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ, ਪ੍ਰਭੂ ਦੀ ਹਜ਼ੂਰੀ ਦੇ ਵਿੱਚ ਮਾਣ ਮਿਲਦਾ ਹੈ, ਸਤਿਕਾਰ ਮਿਲਦਾ ਹੈ। ਕਦੋਂ? ਜਦੋਂ ਗੁਰੂ ਦੀ ਮੱਤ ਦੇ ਧਾਰਨੀ ਹੋ ਕੇ ਰੱਬੀ ਗੁਣਾਂ ਦੇ ਨਾਲ ਆਪਣੀ ਜ਼ਿੰਦਗੀ ਵਿੱਚ ਲਗਨ ਲਗਾਈ ਜਾਂਦੀ ਹੈ, ਰੱਬੀ ਗੁਣਾਂ ਦੀ ਲਗਨ ਪੈਦਾ ਹੁੰਦੀ ਹੈ, ਰੱਬੀ ਗੁਣਾਂ ਨੂੰ ਕੋਈ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦਾ ਹੈ, ਤਾਂ ਰੱਬੀ ਦਰਗਾਹ ਦੇ ਅੰਦਰ ਮਾਣ, ਆਦਰ, ਸਤਿਕਾਰ ਮਿਲਦਾ ਹੈ। ਗੋਵਿੰਦ 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 ਜਪ, ਮੁਖ ਊਜਲਾ ਪ੍ਰਧਾਨ। ਜਪ ਦਾ ਮਤਲਬ ਜਪ ਕੇ, ਊਜਲਾ ਦਾ ਮਤਲਬ ਰੋਸ਼ਨ, ਪ੍ਰਧਾਨ ਦਾ ਮਤਲਬ ਮੰਨਿਆ ਪ੍ਰਮੰਨਿਆ। ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਸਾਂਝ ਪਾਣੀ। ਗੋਵਿੰਦ 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 ਜਪ ਦਾ ਮਤਲਬ ਰੱਬੀ ਗੁਣਾਂ ਦੇ ਨਾਲ ਸਾਂਝ ਪਾ ਕੇ। ਮੁਖ ਊਜਲਾ ਦਾ ਮਤਲਬ ਸੁਰਖਰੂ ਹੋ ਜਾਈਦਾ ਹੈ, ਹਰ ਥਾਂ ਤੇ ਮਾਣ ਮਿਲਦਾ ਹੈ। ਤੇ ਪ੍ਰਧਾਨ ਦਾ ਮਤਲਬ ਪ੍ਰਧਾਨਤਾ ਮਿਲਦੀ ਹੈ, ਬੰਦਾ ਸ਼੍ਰੋਮਣੀ ਗਿਣਿਆ ਜਾਂਦਾ ਹੈ, ਵੱਡਾ ਗਿਣਿਆ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਗੋਵਿੰਦ ਦੇ ਗੁਣਾਂ ਦੇ ਨਾਲ ਸਾਂਝ ਪਾ ਕੇ ਸੁਰਖਰੂ ਹੋਈਦਾ ਹੈ ਔਰ ਜਗਤ ਅੰਦਰ ਮਾਣ ਮਿਲਦਾ ਹੈ। ਨਾਨਕ ਗੁਰ ਗੋਵਿੰਦ ਹਰ, ਜਿਤ ਮਿਲ ਹਰ ਪਾਇਆ ਨਾਮ। ਜਿਤ ਦਾ ਮਤਲਬ ਜਿਸ ਵਿੱਚ, ਮਿਲ ਦਾ ਮਤਲਬ ਮਿਲ ਕੇ। ਗੁਰ ਗੋਬਿੰਦ ਦਾ ਮਤਲਬ ਗੁਰੂ ਰੱਬ ਦਾ ਰੂਪ ਹੈ। ਗੁਰੂ ਔਰ ਪ੍ਰਭੂ ਵਿੱਚ ਫਰਕ ਨਹੀਂ ਹੈ। ਗੁਰੂ ਔਰ ਗੋਬਿੰਦ, ਗੁਰੂ ਔਰ ਪ੍ਰਭੂ ਇੱਕੋ ਹੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਪ੍ਰਭੂ ਦਾ ਰੂਪ ਹੈ। ਉਸ ਗੁਰੂ ਵਿੱਚ ਮਿਲ ਕੇ, ਮਤਲਬ ਉਸ ਗੁਰੂ ਦੀ ਸ਼ਰਨ ਲੈ ਕੇ, ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਪਾਇਆ ਨਾਮ ਦਾ ਮਤਲਬ ਹੁਕਮ ਦੀ ਸੂਝ ਮਿਲਦੀ ਹੈ। ਨਾਮ ਦਾ ਮਤਲਬ ਹੁਕਮ, ਹੁਕਮ ਦੀ ਸੂਝ ਮਿਲਦੀ ਹੈ। ਗੁਰੂ ਦੱਸੇ ਰਾਹਾਂ ਤੇ ਚੱਲ ਕੇ ਸਮਝ ਆਉਂਦੀ ਹੈ ਕਿ ਸਾਰੇ ਜਗਤ ਦੀ ਉਤਪਤੀ ਹੁਕਮ ਵਿੱਚ ਹੋ ਰਹੀ ਹੈ, ਲੈਤਾ ਹੁਕਮ ਵਿੱਚ ਹੋ ਰਹੀ ਹੈ, ਪਾਲਣਾ ਹੁਕਮ ਵਿੱਚ ਹੈ, ਸੰਚਾਲਨ ਹੁਕਮ ਦੇ ਅੰਦਰ ਹੈ ਔਰ ਹੁਕਮ ਰਜ਼ਾ ਦੇ ਅੰਦਰ ਚੱਲ ਕੇ ਹੀ ਸਚਿਆਰ ਹੋਇਆ ਜਾ ਸਕਦਾ ਹੈ। ਇਸ ਗੱਲ ਦੀ ਸਮਝ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਹੁੰਦੀ ਹੈ। ਪੌੜੀ। ਤੂੰ ਆਪੇ ਹੀ ਸਿੱਧ ਸਾਧਿਕੋ, ਤੂੰ ਆਪੇ ਹੀ ਜੁਗ ਜੋਗੀਆ। ਸਿੱਧ ਦਾ ਮਤਲਬ ਯੋਗ ਸਾਧਨਾ ਵਿੱਚ ਪੁੱਗਾ ਹੋਇਆ ਯੋਗੀ। ਸਾਧਿਕੋ ਦਾ ਮਤਲਬ ਸਾਧਿਕ, ਯੋਗ ਸਾਧਨਾ ਕਰਨ ਵਾਲਾ।
जुग जोगिया ਦਾ ਮਤਲਬ ਜੋਗ ਜੋਗੀਆ, ਜੋਗ ਵਿੱਚ ਜੁੜਨ ਵਾਲਾ। ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਪ੍ਰਭੂ ਤੂੰ ਸਰਬ ਵਿਆਪਕ ਹੈ, ਤੂੰ ਜਿਹੜੇ ਯੋਗ ਸਾਧਨਾ ਵਿੱਚ ਲੱਗੇ ਹੋਏ ਨੇ ਉਹਨਾਂ ਵਿੱਚ ਵੀ ਹੈ, ਜੋ ਯੋਗ ਸਾਧਨਾ ਵਿੱਚ ਪੁਗੇ ਹੋਏ ਨੇ ਉਹਨਾਂ ਵਿੱਚ ਵੀ ਤੂੰ ਵਸਦਾ ਹੈ, ਔਰ ਜੋ ਯੋਗ ਸਾਧਨਾ ਦੇ ਅੰਦਰ ਜੁੜ ਰਹੇ ਨੇ ਉਹਨਾਂ ਦੇ ਅੰਦਰ ਵੀ ਤੂੰ ਵਸ ਰਿਹਾ ਹੈ, ਤੂੰ ਸਾਰਿਆਂ ਦੇ ਅੰਦਰ ਵਿਆਪਕ ਹੈ। ਇਹ ਗੱਲ ਵੱਖਰੀ ਹੈ ਕਿ ਕੋਈ ਇਸ ਗੱਲ ਨੂੰ ਸਮਝ ਨਹੀਂ ਰਿਹਾ, ਕੋਈ ਉਸ ਚੀਜ਼ ਨੂੰ ਅਨੁਭਵ ਨਹੀਂ ਕਰ ਰਿਹਾ। ਰੱਬੀ ਗੁਣ ਹਰ ਇਨਸਾਨ ਦੇ ਅੰਦਰ ਮੌਜੂਦ ਨੇ, ਕੋਈ ਉਹਨਾਂ ਗੁਣਾਂ ਨੂੰ ਯੂਜ਼ ਨਹੀਂ ਕਰ ਰਿਹਾ, ਇੰਪਲੀਮੈਂਟ ਨਹੀਂ ਕਰ ਰਿਹਾ। ਇਹ ਇੱਕ ਵੱਖਰਾ ਟੌਪਿਕ ਹੈ, ਲੇਕਿਨ ਉਹ ਪ੍ਰਭੂ ਸਾਰਿਆਂ ਦੇ ਅੰਦਰ ਵਿਆਪਕ ਹੈ। ਤੂੰ ਆਪੇ ਹੀ ਰਸ ਰਸੀੜਾ, ਤੂੰ ਆਪੇ ਹੀ ਭੋਗ ਭੋਗੀਆ। ਰਸੀੜਾ ਦਾ ਮਤਲਬ ਰਸ ਲੈਣ ਵਾਲਾ, ਭੋਗ ਦਾ ਮਤਲਬ ਮਾਇਕ ਪਦਾਰਥ, ਭੋਗੀਆ ਦਾ ਮਤਲਬ ਭੋਗਣ ਵਾਲਾ। हे ਪ੍ਰਭੂ, ਜੋ ਰਸ ਚੱਖਣ ਵਾਲੇ ਨੇ, ਰਸਾਂ ਵਿੱਚ ਲੋਕ ਖਚਤ ਨੇ, ਉਹਨਾਂ ਵਿੱਚ ਵੀ ਤੂੰ ਹੈ, ਔਰ ਮਾਇਕ ਜੋ ਭੋਗ ਭੋਗਣ ਵਾਲੇ ਨੇ ਉਹਨਾਂ ਦੇ ਅੰਦਰ ਵੀ ਤੂੰ ਵਿਆਪਕ ਹੈ, ਉਹਨਾਂ ਦੇ ਅੰਦਰ ਵੀ ਤੂੰ ਵਸ ਰਿਹਾ ਹੈ। ਤੂੰ ਆਪੇ ਆਪ ਵਰਤਦਾ, ਤੂੰ ਆਪੇ ਕਰਹਿ ਸੋ ਹੋ ਗਿਆ। ਹੋ ਗਿਆ ਦਾ ਮਤਲਬ ਹੁੰਦਾ ਹੈ, ਵਰਤਦਾ ਦਾ ਮਤਲਬ ਮੌਜੂਦ ਹੈ। ਤੂੰ ਆਪੇ ਹੀ ਆਪ ਵਰਤਦਾ, ਸਾਰਿਆਂ ਦੇ ਅੰਦਰ ਤੂੰ ਆਪ ਹੀ ਆਪ ਮੌਜੂਦ ਹੈ। ਜੋ ਕੁਛ ਤੂੰ ਕਰਦਾ ਹੈ ਉਹੀ ਇਸ ਜਗਤ ਦੇ ਅੰਦਰ ਹੁੰਦਾ ਹੈ। ਯਾਨੀ ਪ੍ਰਭੂ ਹਰ ਥਾਂ ਦੇ ਉੱਤੇ ਮੌਜੂਦ ਹੈ। ਜਿਵੇਂ ਇੱਕ ਸਮੁੰਦਰ ਦੇ ਵਿੱਚ ਲਹਿਰਾਂ ਨੇ, ਤਾਂ ਉਹ ਲਹਿਰਾਂ, ਬੁਲਬੁਲੇ ਸਭ ਸਮੁੰਦਰ ਦਾ ਹੀ ਰੂਪ ਨੇ, ਉਹਦਾ ਹੀ ਇੱਕ ਅੰਗ ਨੇ। ਇਸੇ ਤਰ੍ਹਾਂ ਇਹ ਸਾਰਾ ਜਗਤ ਜ਼ਿੰਦਗੀ ਦਾ ਮਾਨੋ ਇੱਕ ਦਰਿਆ ਹੈ, ਔਰ ਅਸੀਂ ਸਭ ਜੀਵ ਜੰਤ ਉਹਦੇ ਵਿੱਚ ਹੀ ਹਾਂ। ਪ੍ਰਭੂ ਤੂੰ ਸਭ ਥਾਵਾਂ ਤੇ ਵਰਤ ਰਿਹਾ ਹੈ, ਔਰ ਜੋ ਕੁਛ ਤੂੰ ਕਰਦਾ ਹੈ ਉਹੀ ਹੁੰਦਾ ਹੈ। ਮਤਲਬ ਕਿ ਤੇਰੀ ਰਜ਼ਾ ਭਾਣੇ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਹੈ, ਹੁਕਮ ਤੋਂ ਬਾਹਰ ਨਹੀਂ। ਸਤ ਸੰਗਤ ਸਤਗੁਰ ਧਨ ਧਨੋ, ਧਨ ਧਨ ਧਨੋ, ਜਿਤ ਮਿਲ ਹਰ ਬੁਲਗ ਬੁਲੂਗੀਆ। ਜਿਤ ਮਿਲ ਦਾ ਮਤਲਬ ਜਿਸ ਸਤਸੰਗ ਵਿੱਚ ਮਿਲ ਕੇ, ਬੁਲਗ ਦਾ ਮਤਲਬ ਸਿਫਤ ਸਲਾਹ ਦੇ ਬੋਲ, ਬੁਲੋਗੀਆ ਦਾ ਮਤਲਬ ਬੋਲੇ ਜਾਂਦੇ ਨੇ। ਬੁਲਗ ਬੁਲੋਗੀਆ ਦਾ ਮਤਲਬ ਹਰੀ ਦੇ ਬੋਲਾਂ ਨੂੰ ਬੋਲੀਦਾ ਹੈ, ਪ੍ਰਭੂ ਦੀ ਸਿਫਤ ਸਲਾਹ ਕਰੀਦੀ ਹੈ। ਸਤਿਗੁਰ ਦੀ ਸਾਧ ਸੰਗਤ ਵੀ ਧਨ ਧਨ ਹੈ, ਜਿਸ ਵਿੱਚ ਮਿਲ ਕੇ ਪ੍ਰਭੂ ਦੀ ਸਿਫਤ ਸਲਾਹ ਦੇ ਬੋਲ ਬੋਲੇ ਜਾ ਸਕਦੇ ਨੇ। ਗੁਰੂ ਦੀ ਸੰਗਤ ਧਨ ਹੈ, ਜਿਸ ਵਿੱਚ ਮਿਲ ਕੇ ਪ੍ਰਭੂ ਦੀ ਸਿਫਤ ਸਲਾਹ ਦੇ ਬੋਲ ਬੋਲੇ ਜਾ ਸਕਦੇ ਨੇ। ਹੁਣ ਦੇਖੋ, ਗੁਰੂ ਦੀ ਸੰਗਤ ਦੇ ਅੰਦਰ ਸਿਰਫ ਪ੍ਰਭੂ ਦੀ ਸਿਫਤ ਸਲਾਹ ਹੀ ਹੈ। ਜਦੋਂ ਅਸੀਂ ਗੁਰੂ ਦੀ ਪਾਵਨ ਬਾਣੀ ਨੂੰ ਪੜ੍ਹਨੇ ਆ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਿ ਤੋਂ ਲੈ ਕੇ ਅੰਤ ਤੱਕ ਰੱਬੀ ਗੁਣਾਂ ਦੀ ਗੱਲ, ਰੱਬੀ ਰਜ਼ਾ ਔਰ ਭਾਣੇ ਦੀ ਗੱਲ ਹੈ। ਔਰ ਗੁਰੂ ਜੀ ਸਾਨੂੰ ਅਵਗੁਣਾਂ ਤੋਂ ਦੂਰ ਕਰਕੇ ਗੁਣਾਂ ਦੇ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਨੇ। ਔਰ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚੋਂ ਹੀ ਇਨਸਾਨ ਨੂੰ ਗੁਣ ਲੱਭ ਸਕਦੇ ਨੇ, ਮਿਲ ਸਕਦੇ ਨੇ, ਔਰ ਇਹ ਗੁਣਾਂ ਦਾ ਧਾਰਨੀ ਹੋ ਸਕਦਾ ਹੈ। ਗੁਰੂ ਦੀ ਸੰਗਤ ਵਿੱਚ ਮਿਲ ਕੇ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ। ਸਭ ਕਹੋ ਮੁਖੋਂ ਹਰ ਹਰ ਹਰੇ, ਹਰ ਹਰ ਹਰੇ, ਹਰ ਬੋਲਤ ਸਭ ਪਾਪ ਲਹੋਗੀਆ। ਮੁਖੋਂ ਨਹੀਂ ਪੜਨਾ, ਮੁਖੋਂ ਪੜਨਾ ਹੈ ਬਿੰਦੀ ਲਗਾ ਕੇ। ਲਹੋਗੀਆ ਦਾ ਮਤਲਬ ਲੈ ਜਾਂਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ, ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ, ਗੁਰੂ ਗਿਆਨ ਦੇ ਧਾਰਨੀ ਹੋ ਕੇ, ਸਾਰੇ ਹੀ ਆਪਣੇ ਮੁਖਾਰ ਬਿੰਦ ਤੋਂ ਪ੍ਰਭੂ ਦੀ ਸਿਫਤ ਸਲਾਹ ਕਰਦੇ ਰਹੋ। ਕਿਉਂ ਕਰਦੇ ਰਹੋ? ਹਰ ਬੋਲਤ, ਹਰ ਬੋਲਤ ਦਾ ਮਤਲਬ ਰੱਬੀ ਗੁਣ ਗਾਣ ਦੇ ਨਾਲ, ਰੱਬੀ ਗੁਣਾਂ ਦੀ ਗੱਲ ਕਰਨ ਦੇ ਨਾਲ ਸਭ ਪਾਪ ਲਹੋਗੀਆ, ਸਾਰੇ ਪਾਪ ਦੂਰ ਹੋ ਜਾਂਦੇ ਨੇ। ਇਸ ਲਈ ਗੁਰੂ ਜੀ ਕਹਿੰਦੇ ਨੇ, ਪਿਆਰਿਓ, ਸਾਰੇ ਹੀ ਪ੍ਰਭੂ ਦੀ ਸਿਫਤ ਸਲਾਹ ਕਰੋ। ਮਤਲਬ ਮਨ, ਬਚਨ, ਕਰਮ ਕਰਕੇ ਗੁਣਾਂ ਦੇ ਧਾਰਨੀ ਹੋਵੋ, ਕਿਉਂਕਿ ਗੁਣਾਂ ਦੇ ਧਾਰਨੀ ਹੋਣ ਦੇ ਨਾਲ ਸਾਰੇ ਦੇ ਸਾਰੇ ਪਾਪ ਲੈ ਜਾਂਦੇ ਨੇ। ਤਾਂ ਗੁਰੂ ਜੀ ਇਸ ਸਮਾਜ ਨੂੰ ਪਾਪਾਂ ਤੋਂ ਮੁਕਤ ਵੇਖਣਾ ਚਾਹੁੰਦੇ ਨੇ। ਹਰ ਇਨਸਾਨ ਦੀ ਜ਼ਿੰਦਗੀ ਨੂੰ ਪਾਪਾਂ ਤੋਂ ਮੁਕਤ ਵੇਖਣਾ ਚਾਹੁੰਦੇ ਨੇ, ਔਰ ਹਰ ਇਨਸਾਨ ਨੂੰ ਗੁਣਾਂ ਦੇ ਨਾਲ ਜੋੜਨਾ ਚਾਹੁੰਦੇ ਨੇ। ਔਰ ਇਹ ਸੰਭਾਵਨਾ, ਇਹ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਹੈ। ਕੋਈ ਵੀ ਇਨਸਾਨ ਗੁਣਾਂ ਦਾ ਧਾਰਨੀ ਹੋ ਕੇ ਅਵਗੁਣਾਂ ਦਾ ਤਿਆਗ ਕਰ ਸਕਦਾ ਹੈ। ਸ਼ਲੋਕ ਮਹਿਲਾ ਚੌਥਾ।
ਹਰ ਹਰ ਨਾਮ ਹੈ, ਗੁਰਮੁਖ ਪਾਵੈ ਕੋਏ। ਨਾਮ ਦਾ ਮਤਲਬ ਪ੍ਰਭੂ ਦਾ ਹੁਕਮ। ਪ੍ਰਭੂ ਦਾ ਜੋ ਹੁਕਮ ਹੈ ਉਹ ਖਜ਼ਾਨਾ ਹੈ, ਮਹਾਨ ਹੈ। ਪ੍ਰਭੂ ਦਾ ਹੁਕਮ ਹੀ ਉਤਪत्ति, ਲਹਿਤਾ, ਪਾਲਣਾ, ਸੰਚਾਲਨ ਆਦਿਕ ਦਾ ਕਾਰਨ ਹੈ। ਪ੍ਰਭੂ ਦਾ ਹੁਕਮ ਹੀ ਸਾਰੇ ਸੁੱਖਾਂ ਦਾ ਮੂਲ ਹੈ। ਲੇਕਿਨ ਇਹ ਪ੍ਰਭੂ ਦਾ ਜੋ ਹੁਕਮ ਹੈ, ਰੱਬ ਦੀ ਜੋ ਸਿਫਤ ਸਲਾਹ ਹੈ, ਇਹ ਮਿਲ ਕਿਵੇਂ ਸਕਦੀ ਹੈ? ਗੁਰਮੁਖ ਪਾਵੈ ਕੋਏ। ਗੁਰਮੁਖ ਦਾ ਮਤਲਬ ਗੁਰੂ ਦਰਸਾਏ ਰਾਹ ਤੇ ਚੱਲ ਕੇ। ਕੋਈ ਵਿਰਲਾ ਇਨਸਾਨ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਇਸ ਨਾਮ ਦੀ, ਹੁਕਮ ਦੀ ਪ੍ਰਾਪਤੀ ਕਰਦਾ ਹੈ, ਹੁਕਮ ਅਨੁਸਾਰ ਜ਼ਿੰਦਗੀ ਜੀਂਦਾ ਹੈ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ। ਜੋ ਇਨਸਾਨ ਗੁਰੂ ਦਰਸਾਏ ਮਾਰਗ ਤੇ ਚੱਲਦਾ ਹੈ, ਰੱਬੀ ਰਜ਼ਾ ਭਾਣੇ ਨੂੰ ਫੋਲੋ ਕਰਦਾ ਹੈ, ਉਹਨੂੰ ਮਿਲਦਾ ਕੀ ਹੈ? ਹਉਮੈ ਮਮਤਾ ਨਾਸ ਹੋਏ, ਦੁਰਮਤ ਕੱਢੈ ਧੋਏ। ਮਮਤਾ ਦਾ ਮਤਲਬ ਆਪਣਤ, ਧੋਏ ਦਾ ਮਤਲਬ ਧੋ ਕੇ, ਤੇ ਮਮਤਾ ਦਾ ਮਤਲਬ, ਹਉਮੈ ਮਮਤਾ ਦਾ ਮਤਲਬ ਜੋ ਮੈਂ ਮੇਰੀ ਦਾ ਭਾਵ ਹੈ। ਦੁਰਮਤ ਦਾ ਮਤਲਬ ਖੋਟੀ ਮਤ। ਜਿਹੜਾ ਮਨੁੱਖ ਇਹ ਯਤਨ ਕਰਦਾ ਹੈ, ਉਹਦੇ ਅੰਦਰੋਂ ਹਉਮੈ ਔਰ ਆਪਣਤ ਨਾਸ ਹੋ ਜਾਂਦੀ ਹੈ। ਉਹ ਮਨੁੱਖ ਆਪਣੇ ਅੰਦਰੋਂ ਪ੍ਰਭੂ ਦੀ ਸਿਫਤ ਸਲਾਹ ਦੀ ਬਰਕਤ ਨਾਲ ਭੈੜੀ ਮਤ ਦੀ ਮੈਲ ਧੋ ਕੇ ਕੱਢ ਦਿੰਦਾ ਹੈ। ਜੋ ਗੁਰੂ ਦਰਸਾਏ ਰਾਹਾਂ ਤੇ ਚੱਲ ਕੇ ਰੱਬੀ ਹੁਕਮ ਦੀ ਸੂਝ ਹਾਸਲ ਕਰਦਾ ਹੈ ਔਰ ਰੱਬੀ ਹੁਕਮ ਅਨੁਸਾਰ ਜ਼ਿੰਦਗੀ ਜੀਂਦਾ ਹੈ, ਉਹਦੇ ਵਿੱਚੋਂ ਮੈਂ ਮੇਰੀ ਖਤਮ ਹੁੰਦੀ ਹੈ ਔਰ ਉਹ ਸਿਫਤ ਸਲਾਹ ਦੀ ਬਰਕਤ ਨਾਲ ਆਪਣੇ ਅੰਦਰੋਂ ਖੋਟੀ ਮਤ ਦੀ ਮੈਲ ਨੂੰ ਧੋ ਕੇ ਦੂਰ ਕਰ ਦਿੰਦਾ ਹੈ, ਯਾਨੀ ਉਹਦੀ ਮਤ ਉਜਵਲ ਹੋ ਜਾਂਦੀ ਹੈ। ਨਾਨਕ ਅਨਦਿਨ ਗੁਣ ਉਚਰੈ, ਜਿਨ ਕੋ ਧੁਰ ਲਿਖਿਆ ਹੋਏ। ਧੁਰ ਦਾ ਮਤਲਬ ਸ਼ੁਰੂ ਤੋਂ, ਲਿਖਿਆ ਹੋਏ ਦਾ ਮਤਲਬ ਜਿਨ੍ਹਾਂ ਨੇ ਲਿਖਿਆ ਹੁੰਦਾ ਹੈ, ਜਿਨ੍ਹਾਂ ਦੇ ਅੰਦਰ ਸੰਸਕਾਰ ਨੇ। ਇਸ ਬਾਰੇ ਆਪਾਂ ਖੁੱਲ੍ਹ ਕੇ ਵਿਚਾਰਾਂ ਕਰ ਚੁੱਕੇ ਹਾਂ ਕਿ ਜੋ ਵੀ ਅਸੀਂ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਸੁਣਦੇ ਹਾਂ, ਉਹ ਸਾਡੇ ਅੰਦਰ ਚੀਜ਼ਾਂ ਸੰਸਕਾਰ ਬਣੀ ਜਾਂਦੀਆਂ ਨੇ, ਉਹ ਸੰਸਕਾਰ ਪੱਕੇ ਹੋਏ ਜਾਂਦੇ ਨੇ। ਵੈਸਾ ਹੀ ਸਾਡਾ ਸੁਭਾਅ ਬਣ ਜਾਂਦਾ ਹੈ, ਚੰਗਾ ਜਾਂ ਮਾੜਾ। ਉਸ ਸੁਭਾਅ ਮੁਤਾਬਕ ਅਸੀਂ ਜ਼ਿੰਦਗੀ ਜੀਂਦੇ ਹਾਂ ਤੇ ਜੈਸਾ ਅਸੀਂ ਬਿਹੇਵੀਅਰ ਕਰਦੇ ਹਾਂ, ਉਹਦਾ ਹੀ ਸਾਨੂੰ ਚੰਗਾ ਜਾਂ ਮਾੜਾ ਫਲ ਮਿਲਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਉਹ ਇਨਸਾਨ ਹਰ ਵੇਲੇ ਰੱਬੀ ਗੁਣਾਂ ਦੀ ਗੱਲ ਕਰਦੇ ਨੇ ਜਿਨ੍ਹਾਂ ਦੇ ਅੰਦਰ ਧੁਰ ਤੋਂ ਹੀ ਚੰਗੇ ਗੁਣਾਂ ਦੇ ਸੰਸਕਾਰ ਲਿਖੇ ਹੁੰਦੇ ਨੇ। ਮਹਿਲਾ ਚੌਥਾ। ਹਰ ਆਪੇ ਆਪ ਦਇਆਲ ਹਰ, ਆਪੇ ਕਰੇ ਸੋ ਹੋਏ। ਦਇਆਲ ਦੋ ਸ਼ਬਦਾਂ ਤੋਂ ਬਣਿਆ ਹੈ, ਦਇਆ ਪਲਸ ਆਲਯ। ਆਲਯ ਦਾ ਮਤਲਬ ਹੁੰਦਾ ਹੈ ਘਰ, ਦਇਆਲ ਦਾ ਮਤਲਬ ਦਇਆ ਦਾ ਘਰ, ਦਇਆ ਦਾ ਸੂਮਾ। ਆਪੇ ਆਪ ਦਾ ਮਤਲਬ ਆਪ ਹੀ ਆਪ। ਪ੍ਰਭੂ ਆਪ ਹੀ ਦਇਆ ਦਾ ਸੋਮਾ ਹੈ। ਆਪੇ ਕਰੇ ਸੋ ਹੋਏ, ਤੇ ਜਗਤ ਅੰਦਰ ਉਹੀ ਕੁਝ ਹੁੰਦਾ ਹੈ ਜੋ ਆਪ ਕਰਦਾ ਹੈ। ਯਾਨੀ ਰੱਬੀ ਰਜ਼ਾ ਦੇ ਅੰਦਰ ਹੀ ਸਾਰਾ ਕੁਝ ਇੱਥੇ ਹੋ ਰਿਹਾ ਹੈ। ਉਤਪत्ति, ਲਹਿਤਾ, ਪਾਲਣਾ ਔਰ ਸੰਚਾਲਨ ਰੱਬੀ ਰਜ਼ਾ ਵਿੱਚ ਹੁੰਦਾ ਹੈ। ਤੇ ਪ੍ਰਭੂ ਆਪ ਦਇਆਵਾਨ ਹੈ, ਹਮੇਸ਼ਾ ਦਇਆ ਹੀ ਕਰਦਾ ਹੈ ਔਰ ਚਾਰ ਚੁਫੇਰੇ ਉਸ ਮਾਲਕ ਦੀ ਦਇਆ ਹੀ ਬਰਸ ਰਹੀ ਹੈ। ਚਾਹੇ ਧਰਤੀ ਹੈ, ਚੰद्रमा ਹੈ, ਸੂਰਜ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਅਨੰਤ ਆਕਾਸ਼ ਗੰਗਾਵਾਂ ਨੇ, ਜਾਂ ਫਲ ਫੁੱਲ, ਸਬਜ਼ੀਆਂ ਆਦਿਕ ਜੋ ਕੁਝ ਵੀ ਇਸ ਦੁਨੀਆ ਦੇ ਉੱਤੇ ਦਿਸਦਾ ਹੈ, ਸਭ ਦਇਆ ਹੀ ਤਾਂ ਹੈ। ਹੁਣ ਇਹਨੂੰ ਅਸੀਂ ਵਰਤਦੇ ਕਿਵੇਂ ਆ, ਸਾਡੇ ਤੇ ਡਿਪੈਂਡ ਹੋਏਗਾ ਕਿ ਅਸੀਂ ਉਹਦੇ ਤੋਂ ਸੁੱਖ ਪਾਉਂਦੇ ਆ ਜਾਂ ਦੁੱਖ ਪਾਉਂਦੇ ਆ। ਉਹ ਸਾਡੀ ਵਰਤੋਂ ਤੇ ਡਿਪੈਂਡ ਕਰੇਗਾ। ਤਾਂ ਗੁਰੂ ਜੀ ਕਹਿੰਦੇ ਨੇ, ਜਗਤ ਵਿੱਚ ਪ੍ਰਭੂ ਦਾ ਹੁਕਮ ਵਾਪਰਦਾ ਹੈ ਔਰ ਪ੍ਰਭੂ ਆਪ ਦਇਆ ਦਾ ਘਰ ਹੈ, ਦਇਆ ਦਾ ਸਾਗਰ ਹੈ। ਹਰ ਆਪੇ ਆਪ ਵਰਤਦਾ, ਹਰ ਜੀਵੜ ਅਵਰ ਨਾ ਕੋਈ। ਵਰਤਦਾ ਦਾ ਮਤਲਬ ਮੌਜੂਦ ਹੈ। ਪ੍ਰਭੂ ਆਪ ਹੀ ਆਪ ਹਰ ਥਾਂ ਤੇ ਮੌਜੂਦ ਹੈ, ਆਪ ਹੀ ਆਪ ਹਰ ਥਾਂ ਤੇ ਵਰਤ ਰਿਹਾ ਹੈ। ਤੇ ਰੱਬ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਦੂਜਾ ਕੋਈ ਹੈ ਹੀ ਨਹੀਂ ਜੋ ਉਸ ਦੇ ਬਰਾਬਰ ਦਾ ਹੋਵੇ। ਆਪ ਹੀ ਸਭ ਥਾਵਾਂ ਤੇ ਵਰਤ ਰਿਹਾ ਹੈ। ਕਾਸ਼ ਕਿ ਇਹ ਗੱਲ ਆਮ ਮਨੁੱਖ ਜੋ ਰੱਬ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਉਹਨਾਂ ਦੀ ਇਹ ਗੱਲ ਸਮਝ ਵਿੱਚ ਪੈ ਜਾਏ, ਪਕੜ ਵਿੱਚ ਆ ਜਾਏ ਔਰ ਇਸ ਚੀਜ਼ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨ ਕਿ ਰੱਬ ਹਰ ਥਾਂ ਤੇ ਵਰਤ ਰਿਹਾ ਹੈ, ਭਾਵ ਕਿ ਰੱਬੀ ਗੁਣ ਹਰ ਥਾਂ ਤੇ ਮੌਜੂਦ ਨੇ। ਅਸੀਂ ਆਪਣੀ ਸੁਰਤ ਨੂੰ ਰੱਬੀ ਗੁਣਾਂ ਦੇ ਵਿੱਚ ਜੋੜਨਾ ਹੈ
ਔਰ ਗੁਣਾਂ ਦੇ ਵਿੱਚ ਮਿਲ ਕੇ ਆਪਣੇ ਜੀਵਨ ਨੂੰ ਬਸਰ ਕਰਨ ਦਾ ਯਤਨ ਕਰਨਾ ਹੈ। ਜੋ ਹਰ ਪ੍ਰਭ ਭਾਵੈ ਸੋ ਥੀਐ, ਜੋ ਹਰ ਪ੍ਰਭ ਕਰੇ ਸੋ ਹੋਏ। ਜੋ ਹਰੀ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਕੁਝ ਹੁੰਦਾ ਹੈ। ਜੋ ਕੁਝ ਪ੍ਰਭੂ ਕਰਦਾ ਹੈ ਉਹੀ ਇਸ ਜਗਤ ਦੇ ਅੰਦਰ ਵਾਪਰਦਾ ਹੈ। ਯਾਨੀ ਰੱਬੀ ਹੁਕਮ ਇਸ ਦੁਨੀਆ ਦੇ ਅੰਦਰ ਵਾਪਰ ਰਿਹਾ ਹੈ। ਹੁਕਮ ਦੇ ਅੰਦਰ ਸਾਰੀ ਕਾਰ ਹੋ ਰਹੀ ਹੈ। ਰਜਾ, ਹੁਕਮ, ਭਾਣਾ, ਇਹਨੂੰ ਆਪਾਂ ਚੰਗੀ ਤਰ੍ਹਾਂ ਸਮਝਿਆ ਹੈ ਕਿ ਜੇ ਇਸ ਨੂੰ ਸਮਝਣਾ ਹੋਵੇ ਤਾਂ ਸਿਸਟਮ ਸ਼ਬਦ ਤੁਸੀਂ ਵਰਤ ਸਕਦੇ ਹੋ। ਇਸ ਦੁਨੀਆ ਦੇ ਅੰਦਰ ਕੁਦਰਤੀ ਨਿਯਮਾਂ ਤੋਂ ਬਾਹਰ ਕੁਝ ਵੀ ਨਹੀਂ ਹੁੰਦਾ। ਰੱਬੀ ਰਜਾ ਭਾਣੇ ਤੋਂ ਬਾਹਰ ਕੁਝ ਵੀ ਨਹੀਂ ਹੁੰਦਾ। ਜੋ ਕੁਝ ਵੀ ਹੋਣਾ ਹੈ ਉਹ ਰੱਬੀ ਰਜ਼ਾ ਭਾਣੇ ਦੇ ਅੰਦਰ ਹੋਣਾ ਹੈ। ਇਸ ਲਈ ਜ਼ਰੂਰਤ ਹੈ ਰੱਬੀ ਰਜ਼ਾ ਔਰ ਭਾਣੇ ਨੂੰ ਸਮਝਣ ਦੀ। ਉਹਦੇ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਰੱਬੀ ਰਜ਼ਾ ਭਾਣੇ ਦੇ ਅੰਦਰ ਚੱਲ ਕੇ ਉਸ ਨੂੰ ਸਮਝ ਕੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਬਹੁਤ ਕੁਝ ਪਾ ਸਕਦੇ ਹਾਂ। ਕੀਮਤ ਕਿਨੈ ਨਾ ਪਾਈਆ, ਬੇਅੰਤ ਪ੍ਰਭੂ ਹਰ ਸੋਏ। ਪ੍ਰਭੂ ਦੇ ਗੁਣਾਂ ਦਾ ਮੁੱਲ ਕਦੇ ਵੀ ਕਿਸੇ ਨੇ ਨਹੀਂ ਪਾਇਆ ਔਰ ਪ੍ਰਭੂ ਦੇ ਗੁਣਾਂ ਦਾ ਅੰਤ ਵੀ ਕਿਸੇ ਨੇ ਨਹੀਂ ਪਾਇਆ। ਉਹ ਬੇਅੰਤ ਹੈ। ਸੋਏ ਦਾ ਮਤਲਬ ਸਾਰ ਲੈਣ ਵਾਲਾ ਹੈ। ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਸਭ ਦੀ ਸਾਰ ਲੈਣ ਵਾਲਾ ਹੈ। ਉਹਦੀ ਮੁੱਲ ਨਹੀਂ ਪਾਇਆ ਜਾ ਸਕਦਾ, ਕੀਮਤ ਨਹੀਂ ਪਾਈ ਜਾ ਸਕਦੀ। ਹੁਣ ਜੇ ਕੋਈ ਚਾਹੇ ਕਿ ਮੈਂ ਕੀਮਤ ਦੇ ਨਾਲ ਕੋਈ ਗੁਣ ਖਰੀਦਾਂ ਤਾਂ ਕੀਮਤ ਦੇ ਨਾਲ ਗੁਣ ਨਹੀਂ ਖਰੀਦੇ ਜਾਂਦੇ। ਕਿਸੇ ਵੀ ਗੁਣ ਦੀ ਕੋਈ ਕੀਮਤ ਨਹੀਂ ਹੈ। ਸੱਚ ਦੀ ਕੋਈ ਕੀਮਤ ਨਹੀਂ ਹੈ, ਦਇਆ ਦੀ ਕੋਈ ਕੀਮਤ ਨਹੀਂ ਹੈ, ਪ੍ਰੇਮ ਦੀ ਕੋਈ ਕੀਮਤ ਨਹੀਂ ਹੈ। ਇਹ ਅਮੁੱਲਕ ਨੇ ਲੇਕਿਨ ਫ੍ਰੀ ਨੇ। ਪ੍ਰੇਮ ਕਰਨ ਵਾਸਤੇ ਸਾਡੇ ਤੋਂ ਰੱਬ ਕੋਈ ਕੀਮਤ ਨਹੀਂ ਲੈਂਦਾ ਕਿ ਇੰਨੇ ਪੈਸੇ ਦਿਓ ਤੇ ਫਿਰ ਤੁਸੀਂ ਪ੍ਰੇਮ ਕਰ ਸਕੋਗੇ, ਲੇਕਿਨ ਇਹ ਬੇਸ਼ਕੀਮਤੀ ਹੈ। ਯਾਨੀ ਪ੍ਰਭੂ ਦੇ ਅਨੰਤ ਗੁਣ ਨੇ, ਕਿਸੇ ਕੀਮਤ ਤੋਂ ਨਹੀਂ ਮਿਲਦੇ, ਕਰਮ ਕਾਂਡਾਂ ਨਾਲ ਨਹੀਂ ਮਿਲਦੇ, ਸਗੋਂ ਸਮਰਪਣ ਦੀ ਲੋੜ ਪੈਂਦੀ। ਨਾਨਕ ਗੁਰਮੁਖ ਹਰ ਸਾ ਲਾਹਿਆ, ਤਨ ਮਨ ਸ਼ੀਤਲ ਹੋਏ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ, ਸ਼ੀਤਲ ਦਾ ਮਤਲਬ ਵਿਕਾਰਾਂ ਵੱਲੋਂ ਠੰਡਾ ਠਾਰ। ਗੁਰਮੁਖ ਹਰ ਸਾ ਲਾਹਿਆ ਦਾ ਮਤਲਬ ਜਿਨ੍ਹਾਂ ਨੇ ਵੀ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਪ੍ਰਭੂ ਦੀ ਸਿਫਤ ਸਲਾਹ ਕੀਤੀ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਜਿਸ ਮਨੁੱਖ ਨੇ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਪ੍ਰਭੂ ਦੀ ਸਿਫਤ ਸਲਾਹ ਕੀਤੀ ਹੈ, ਉਹਦਾ ਤਨ, ਉਹਦਾ ਮਨ ਠੰਡਾ ਠਾਰ ਹੋ ਜਾਂਦਾ ਹੈ। ਯਾਨੀ ਉਹਦੇ ਤਨ, ਉਹਦੇ ਮਨ ਦੇ ਅੰਦਰ ਈਰਖਾ, ਦਵੇਸ਼, ਵੈਰ ਵਿਰੋਧ ਆਦਿਕ ਦੀ ਅੱਗ ਨਹੀਂ ਰਹਿੰਦੀ। ਨਾ ਹੀ ਉਹ ਸਰੀਰਕ ਕਰਕੇ ਐਸੇ ਕਰਮ ਕਰਦਾ ਹੈ, ਸਰੀਰ ਕਰਕੇ ਜੋ ਵਿਕਾਰਾਂ ਵਾਲੇ ਹੋਣ, ਔਰ ਨਾ ਹੀ ਉਹਦੀ ਸੋਚ ਦੇ ਅੰਦਰ ਕੋਈ ਮਾੜੇ ਕਰਮ ਹੁੰਦੇ ਨੇ। ਉਹ ਤਨ ਔਰ ਮਨ ਕਰਕੇ ਠੰਡਾ ਠਾਰ ਹੁੰਦਾ ਹੈ, ਸੁਖੀ ਔਰ ਸ਼ਾਂਤ ਹੁੰਦਾ ਹੈ। ਪੌੜੀ। ਸਭ ਜੋ ਤੇਰੀ ਜਗ ਜੀਵਨਾ, ਤੂੰ ਘਟ ਘਟ ਹਰ ਰੰਗ ਰੰਗਨਾ। ਜਗ ਜੀਵਨਾ ਦਾ ਮਤਲਬ ਜਗਤ ਦਾ ਜੀਵਨ। ਜੋਤ ਦਾ ਮਤਲਬ ਨੂਰ, ਰੂਪ, ਸਰੂਪ। ਘਟ ਘਟ ਦਾ ਮਤਲਬ ਹਰ ਸਰੀਰ ਵਿੱਚ। ਰੰਗ ਰੰਗਣਾ ਦਾ ਮਤਲਬ ਪ੍ਰੇਮ ਦੀ ਰੰਗਣ ਚਾੜਨ ਵਾਲਾ, ਪ੍ਰੇਮ ਦੇ ਅੰਦਰ ਰੰਗਣ ਵਾਲਾ। ਹੇ ਜਗਤ ਦੇ ਜੀਵਨ ਪ੍ਰਭੂ, ਸਾਰੀ ਸ੍ਰਿਸ਼ਟੀ ਵਿੱਚ ਤੇਰਾ ਨੂਰ ਚਾਨਣ ਕਰ ਰਿਹਾ ਹੈ। ਸਾਰੀ ਸ੍ਰਿਸ਼ਟੀ ਵਿੱਚ ਹਰ ਜੀਵ ਅੰਦਰ ਤੇਰਾ ਹੀ ਨੂਰ, ਤੇਰਾ ਹੀ ਜ਼ਹੂਰ ਜਲਵਾ ਹੈ। ਤੂੰ ਹਰੇਕ ਸਰੀਰ ਵਿੱਚ ਮੌਜੂਦ ਹੈ ਔਰ ਤੂੰ ਆਪ ਹੀ ਆਪਣੇ ਪ੍ਰੇਮ ਦੀ ਰੰਗਣਾ ਚਾੜਨ ਵਾਲਾ ਹੈ, ਰੰਗ ਚਾੜਨ ਵਾਲਾ ਹੈ, ਪ੍ਰੇਮ ਦੇ ਵਿੱਚ ਲਗਾਉਣ ਵਾਲਾ ਹੈ। ਸਭ ਥਾਂ ਤੇ ਤੂੰ ਮੌਜੂਦ ਹੈ। ਸਭ ਧਿਆਵਹਿ ਤੁਧ ਮੇਰੇ ਪ੍ਰੀਤਮਾ, ਤੂੰ ਸਤ ਸਤ ਪੁਰਖ ਨਿਰੰਜਨਾ। ਨਿਰੰਜਨਾ ਦਾ ਮਤਲਬ ਮਾਇਆ ਦੀ ਮੈਲ ਤੋਂ ਨਿਰਲੇਪ। ਸਤ ਦਾ ਮਤਲਬ ਸਦਾ ਕਾਇਮ ਰਹਿਣ ਵਾਲਾ। ਪੁਰਖ ਦਾ ਮਤਲਬ ਸਰਬ ਵਿਆਪਕ ਤੇ ਸਭ ਦਾ ਮਤਲਬ ਸਾਰੇ ਜੀਵ। ਹੇ ਮੇਰੇ ਪਿਆਰੇ ਪ੍ਰੀਤਮ, ਸਾਰੇ ਜੀਵ ਤੈਨੂੰ ਹੀ ਧਿਆਉਂਦੇ ਨੇ, ਤੈਨੂੰ ਹੀ ਯਾਦ ਕਰਦੇ ਨੇ, ਯਾਨੀ ਤੇਰੇ ਹੀ ਹੁਕਮ ਵਿੱਚ ਨੇ। ਹੇ ਸਰਬ ਵਿਆਪਕ ਪ੍ਰਭੂ, ਤੂੰ ਨਿਰਲੇਪ ਹੈ, ਤੂੰ ਬਿਲਕੁਲ ਅਲੇਪ ਹੈ, ਸਦਾ ਕਾਇਮ ਰਹਿਣ ਵਾਲਾ ਹੈ ਔਰ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਪੁਰਖ ਦਾ ਮਤਲਬ ਸਭ ਦੇ ਅੰਦਰ ਸਮਾਇਆ ਹੋਇਆ ਹੈ, ਸਾਰਿਆਂ ਦੇ ਵਿੱਚ ਵਸ ਰਿਹਾ ਹੈ, ਮਾਇਆ ਦੀ ਮੈਲ ਤੋਂ ਰਹਿਤ ਹੈ, ਸਦਾ ਰਹਿਣ ਵਾਲਾ ਹੈ ਔਰ ਸਾਰੇ ਜੀਵ ਤੇਰੇ ਹੁਕਮ ਵਿੱਚ ਕਾਰ ਕਰਦੇ ਨੇ। ਇੱਕ ਦਾਤਾ ਸਭ ਜਗਤ ਭਿਖਾਰੀਆ, ਹਰ ਜਾਚੈ ਸਭ ਮੰਗ ਮੰਗਣਾ। ਮੰਗ ਮੰਗਣਾ ਦਾ ਮਤਲਬ ਮੰਗਦੇ ਨੇ,
ਸਭ ਮੰਗ ਦਾ ਮਤਲਬ ਹਰੇਕ ਮੰਗ। ਇੱਥੇ ਸਭ ਮੰਗ ਦਾ ਮਤਲਬ ਹਰੇਕ ਮੰਗ, ਹਰੇਕ ਲੋੜ। ਜਾਚਹਿ ਦਾ ਮਤਲਬ ਮੰਗਦੇ ਨੇ। ਤਾਂ हे ਪ੍ਰਭੂ, ਤੂੰ ਦਾਤਾਂ ਦੇਣ ਵਾਲਾ ਇੱਕੋ ਇੱਕ ਦਾਤਾ ਹੈ। ਸਾਰਾ ਜਗਤ ਹੀ ਤੇਰੇ ਦਰ ਦਾ ਮਾਨੋ ਭਿਖਾਰੀ ਹੈ, ਔਰ ਹਰੇਕ ਮੰਗ ਜੀਵ ਤੈਥੋਂ ਹੀ ਮੰਗਦੇ ਨੇ। ਮੰਗਣਾ ਦਾ ਮਤਲਬ ਮੰਗਦੇ ਨੇ, ਤੇ ਮੰਗ ਦਾ ਮਤਲਬ ਮੰਗ, ਲੋੜ। हे ਪ੍ਰਭੂ, ਤੂੰ ਦਾਤਾਂ ਦੇਣ ਵਾਲਾ ਇੱਕੋ ਇੱਕ ਦਾਤਾ ਹੈ। ਸਾਰਾ ਜਗਤ ਮਾਨੋ ਤੇਰੇ ਦਰ ਦਾ ਭਿਖਾਰੀ ਹੈ, ਔਰ ਹਰੇਕ ਮੰਗ ਤੇਥੋਂ ਹੀ ਮੰਗਦੇ ਨੇ। ਭਾਵ ਕਿ ਐਸ ਤੇਰੀ ਰਜ਼ਾ ਭਾਣੇ ਦੇ ਅੰਦਰ ਹੀ ਹਰ ਇੱਕ ਦੀ ਲੋੜ ਪੂਰੀ ਹੁੰਦੀ ਹੈ। ਸੇਵਕ ਠਾਕੁਰ ਸਭ ਤੂੰ ਹੈ, ਗੁਰਮਤੀ ਹਰ ਚੰਗ ਚੰਗਨਾ। ਚੰਗ ਚੰਗਨਾ ਦਾ ਮਤਲਬ ਚੰਗਾ, ਬਹੁਤ ਹੀ ਚੰਗਾ, ਬਹੁਤ ਹੀ ਪਿਆਰਾ। ਤੂੰ ਆਪ ਹੀ ਮਾਲਕ ਹੈ। हे ਹਰੀ, ਗੁਰੂ ਦੀ ਮੱਤ ਉੱਤੇ ਤੁਰਿਆ ਤੂੰ ਬਹੁਤ ਪਿਆਰਾ ਲੱਗਦਾ ਹੈ। ਸੇਵਕ ਠਾਕੁਰ ਸਭ ਤੂੰ ਹੈ ਕਿ हे ਮਾਲਕ, ਤੂੰ ਆਪ ਹੀ ਮਾਲਕ ਹੈ। ਆਪ ਤੂੰ ਸੇਵਕ ਵਿੱਚ ਵੀ ਹੈ, ਮਾਲਕ ਵਿੱਚ ਵੀ ਹੈ, ਸਭ ਥਾਵਾਂ ਤੇ ਤੂੰ ਹੈ। ਪਰ ਗੁਰਮਤ ਹਰ ਚੰਗ ਚੰਗਨਾ, ਜੇ ਗੁਰੂ ਦੀ ਮੱਤ ਦੇ ਧਾਰਨੀ ਹੋਈਏ ਤਾਂ ਤੂੰ ਚੰਗਾ ਲੱਗਦਾ ਹੈ, ਤਾਂ ਤੂੰ ਪਿਆਰਾ ਲੱਗਦਾ ਹੈ, ਤੇਰੇ ਨਾਲ ਪ੍ਰੀਤ ਬਣਦੀ ਹੈ। ਵੈਸੇ ਤੂੰ ਸਭ ਥਾਵਾਂ ਤੇ ਵਿਆਪਕ ਹੈ, ਲੇਕਿਨ ਤੂੰ ਚੰਗਾ ਤਾਂ ਲੱਗਦਾ ਹੈ, ਪਿਆਰਾ ਤਾਂ ਲੱਗਦਾ ਹੈ, ਜੇ ਗੁਰੂ ਦੇ ਗਿਆਨ ਦੀ ਦਾਤ ਹਾਸਲ ਕਰੀਏ, ਗੁਰੂ ਦੀ ਮੱਤ ਮੁਤਾਬਕ ਜ਼ਿੰਦਗੀ ਜੀਵੀਏ, ਤੇਰੇ ਨਾਲ ਪ੍ਰੀਤ ਬਣਦੀ ਹੈ। ਸਭ ਕਹੋ ਮੁਖੋਂ ਰਿਖੀ ਕੇਸ਼ ਹਰੇ, ਰਿਖੀ ਕੇਸ਼ ਹਰੇ, ਜਿਤ ਪਾਵਹਿ ਸਭ ਫਲ ਫਲਨਾ। मुखों नहीं पढ़ना, मुखों पढ़ना है बिंदी लगा के। सब कहो मुखों। रिखी केश, रिखी केश का मतलब है, दो शब्द ने ये, रिखीक प्लस ईश। रिखी केश का मतलब इंद्रियां दा मालक, इंद्रियां दा मालक। सब पावें ਦਾ ਮਤਲਬ ਜਿਸ ਕਰਕੇ ਸਾਰੇ ਪਾਉਂਦੇ ਨੇ। ਜਿਤ ਦਾ ਮਤਲਬ ਜਿਸ ਤੇ ਰਾਹੀਂ। ਪ੍ਰਭੂ ਸਾਰੇ ਇੰਦਰੀਆਂ ਦਾ ਮਾਲਕ ਹੈ। ਤੁਸੀਂ ਸਾਰੇ ਆਪਣੇ ਮੂੰਹ ਉਸ ਪ੍ਰਭੂ ਦੀ ਸਿਫਤ ਸਲਾਹ ਕਰੋ। ਸਭ ਕਹੋ ਮੁਖੋਂ ਰਿਖੀ ਕੇਸਰੇ। ਇਹ ਮੁਖੋਂ ਕਹੋ ਦਾ ਮਤਲਬ ਆਪਣੀ ਜ਼ਬਾਨ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ ਕਰੋ, ਰੱਬੀ ਗੁਣਾਂ ਦੀ ਗੱਲ ਕਰੋ, ਜੋ ਸਭ ਇੰਦਰੀਆਂ ਦਾ ਮਾਲਕ ਹੈ। ਹੁਣ ਇਹ ਜੋ ਗੁਣ ਗਾਣੇ ਨੇ, ਇਹਦੇ ਨਾਲ ਮਿਲੇਗਾ ਕਿ ਜਿਤ ਪਾਵੇਂ ਸਭ ਫਲ ਫਲਣਾ। ਪ੍ਰਭੂ ਦੀ ਸਿਫਤ ਸਲਾਹ ਦੀ ਬਰਕਤ ਦੇ ਨਾਲ ਜੀਵ ਸਾਰੇ ਫਲ ਪ੍ਰਾਪਤ ਕਰਦੇ ਨੇ। ਜਿੰਨੇ ਵੀ ਸੁੱਖ ਨੇ, ਸਰੀਰਕ, ਮਾਨਸਿਕ, ਬੌਧਿਕ ਆਦਿਕ, ਪ੍ਰਭੂ ਦੀ ਸਿਫਤ ਸਲਾਹ ਰਾਹੀਂ, ਰੱਬੀ ਗੁਣਾ ਰਾਹੀਂ ਇਹ ਸਾਰੇ ਜਿਹੜੇ ਫਲ ਨੇ ਉਹ ਮਿਲਦੇ ਨੇ। ਇਸ ਲਈ ਗੁਰੂ ਜੀ ਕਹਿ ਰਹੇ ਨੇ ਕਿ ਜੇ ਸੁਖ ਸ਼ਾਂਤੀ, ਆਨੰਦ ਖੇੜਾ, ਪ੍ਰਸੰਨਤਾ ਚਾਹੁੰਦੇ ਹੋ ਤਾਂ ਇੰਦਰੀਆਂ ਦੇ ਮਾਲਕ ਪ੍ਰਭੂ ਦੀ ਸਿਫਤ ਸਲਾਹ ਹਮੇਸ਼ਾ ਕਰਦੇ ਰਹੋ। ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੋ, ਜਿਸ ਕਰਕੇ ਤੁਸੀਂ ਸਾਰੇ ਸੁੱਖਾਂ ਦੇ ਫਲ ਪਾ ਲਓਗੇ। ਸ਼ਲੋਕ ਮਹਿਲਾ ਚੌਥਾ। ਹਰ ਹਰ ਨਾਮ ਧਿਆਏ ਮਨ, ਹਰ ਦਰਗਾਹ ਪਾਵਹਿ ਮਾਨ। ਨਾਮ ਦਾ ਮਤਲਬ ਹੈ ਹੁਕਮ, ਧਿਆਏ ਦਾ ਮਤਲਬ ਧਿਆਨ ਧਾਰਿਆ ਨਹੀਂ, ਲਗਨ ਲਗਾ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਮੇਰੇ ਮਨ, ਸਦਾ ਪ੍ਰਭੂ ਦੇ ਹੁਕਮ ਵਿੱਚ ਆਪਣੀ ਲਗਨ ਲਗਾ। ਹੁਕਮ ਨੂੰ ਧਿਆਨ ਵਿੱਚ ਰੱਖ ਕਿ ਮੈਂ ਹੁਕਮ ਰਜ਼ਾ ਦੇ ਵਿੱਚ ਤੁਰਨਾ ਹੈ। ਜੇ ਹੁਕਮ ਰਜ਼ਾ ਨੂੰ ਧਿਆਨ ਵਿੱਚ ਰੱਖੇਗਾ, ਜੇ ਹੁਕਮ ਰਜ਼ਾ ਵਿੱਚ ਤੁਰਨ ਵਿੱਚ ਤੇਰੀ ਲਗਨ ਲੱਗੇਗੀ, ਤਾਂ ਉਹਦਾ ਰਿਜ਼ਲਟ ਕੀ ਨਿਕਲੇਗਾ? ਹਰ ਦਰਗਾਹ ਪਾਵੇ ਮਾਨ। ਤੂੰ ਪ੍ਰਭੂ ਦੀ ਹਜ਼ੂਰੀ ਵਿੱਚ ਮਾਣ ਹਾਸਲ ਕਰ ਲਏਗਾ। ਇਸ ਲਈ ਆਪਣੇ ਧਿਆਨ ਵਿੱਚ ਪ੍ਰਭੂ ਦੀ ਸਿਫਤ ਸਲਾਹ ਰੱਖਣੀ ਹੈ। ਆਪਣੇ ਧਿਆਨ ਵਿੱਚ ਇਹ ਗੱਲ ਹਮੇਸ਼ਾ ਰੱਖਣੀ ਹੈ ਕਿ ਮੈਂ ਰੱਬੀ ਗੁਣਾਂ ਦੇ ਧਾਰਨੀ ਹੋਣਾ ਹੈ। ਆਪਣੇ ਧਿਆਨ ਵਿੱਚ ਹਮੇਸ਼ਾ ਇਹ ਗੱਲ ਰੱਖਣੀ ਹੈ ਕਿ ਮੈਂ ਰੱਬੀ ਰਜ਼ਾ ਵਿੱਚ ਤੁਰਨਾ ਹੈ। ਔਰ ਆਪਣੇ ਧਿਆਨ ਨੂੰ ਕਰਮ ਕਾਂਡਾਂ ਵਿੱਚ ਲਗਾਉਣ ਦੀ ਬਜਾਏ ਰੱਬੀ ਹੁਕਮ ਔਰ ਰੱਬੀ ਗੁਣਾਂ ਦੇ ਨਾਲ ਜੋੜ ਕੇ ਰੱਖ। ਫਿਰ ਕੀ ਹੋਏਗਾ ਕਿ ਰੱਬੀ ਦਰਗਾਹ ਵਿੱਚ ਤੈਨੂੰ ਮਾਣ ਮਿਲੇਗਾ। ਜੋ ਇੱਛਾ ਹੈ ਸੋ ਫਲ ਪਾਏ ਸੀ, ਗੁਰ ਸ਼ਬਦੀ ਲੱਗੇ ਧਿਆਨ। ਜੋ ਇੱਛਾ ਦਾ ਮਤਲਬ ਜੋ ਵੀ ਤੂੰ ਚਾਹੇਗਾ, ਸੋ ਫਲ ਪਾਏ ਸੀ ਦਾ ਮਤਲਬ ਉਹੀ ਫਲ ਤੂੰ ਪਾ ਲਵੇਂਗਾ। ਸ਼ਬਦੀ ਦਾ ਮਤਲਬ ਸ਼ਬਦ ਦੀ ਰਾਹੀਂ, ਉਪਦੇਸ਼ ਦੀ ਰਾਹੀਂ।
ਗੁਰੂ ਜੀ ਕਹਿੰਦੇ ਨੇ ਜੋ ਵੀ ਤੂੰ ਮੰਗੇਗਾ, ਜੋ ਵੀ ਤੂੰ ਚਾਹੇਗਾ, ਉਹ ਤੈਨੂੰ ਫਲ ਮਿਲੇਗਾ, ਤੂੰ ਪਾ ਲਵੇਂਗਾ। ਰੱਬੀ ਹੁਕਮ ਵਿੱਚ ਤੁਰ। ਔਰ ਇਹ ਗੱਲ ਦੇਖੋ ਕਿੰਨੀ ਸਪਸ਼ਟ ਸਮਝਾ ਰਹੇ ਨੇ ਕਿ ਜੋ ਵੀ ਚੀਜ਼ ਤੁਸੀਂ ਪਾਣੀ ਚਾਹੁੰਦੇ ਹੋ ਉਹ ਪਾ ਸਕਦੇ ਹੋ, ਲੇਕਿਨ ਉਹਦੇ ਵਾਸਤੇ ਨਿਯਮ ਹੈ ਕਿ ਰੱਬੀ ਹੁਕਮ ਵਿੱਚ ਤੁਰਨਾ ਹੈ, ਸਿਸਟਮ ਵਿੱਚ ਤੁਰਨਾ ਹੈ। ਇਹ ਰਿਕੁਆਇਰਮੈਂਟ। ਔਰ ਇਸ ਚੀਜ਼ ਨੂੰ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਾ ਕੇ ਵੇਖਦੇ ਆ ਨਾ, ਤਾਂ ਵਾਸਤਵ ਦੇ ਅੰਦਰ ਹੀ ਸਾਨੂੰ ਇੱਕ ਮਹਾਨ ਵੱਡੀ ਸ਼ਾਂਤੀ ਵੀ ਮਿਲਦੀ ਹੈ, ਔਰ ਬੜੀ ਵੱਡੀ ਇੱਕ ਸੇਧ ਵੀ ਮਿਲਦੀ ਹੈ, ਔਰ ਅਸੀਂ ਪ੍ਰਾਪਤੀਆਂ ਦੇ ਨਜ਼ਦੀਕ ਵੀ ਪਹੁੰਚ ਜਾਂਦੇ ਹਾਂ। ਮੰਨ ਲਓ ਕੋਈ ਵੀਰ ਭੈਣ ਬੱਚੀ ਬੱਚਾ ਡਾਕਟਰ ਬਣਨਾ ਚਾਹੁੰਦਾ ਹੈ, ਤਾਂ ਉਸ ਬੱਚੇ ਵਾਸਤੇ ਇੱਕ ਹੁਕਮ ਹੈ, ਸਿਸਟਮ ਹੈ ਕਿ ਉਹ ਆਪਣਾ ਡਾਕਟਰੀ ਦਾ ਜੋ ਹੈ ਕੋਰਸ ਕਰੇ, ਪੜ੍ਹਾਈ ਕਰੇ, ਤਾਂ ਹੀ ਉਹ ਕਰ ਪਾਏਗਾ ਨਾ। ਜੋ ਵੀ ਚਾਹੇਗਾ ਪਾ ਸਕਦਾ ਹੈ, ਲੇਕਿਨ ਉਹਨੂੰ ਕੋਰਸ ਕਰਨਾ ਪਵੇਗਾ, ਰਿਕੁਆਇਰਮੈਂਟ ਪੂਰੀ ਕਰਨੀ ਹੋਵੇਗੀ। ਜੇ ਕੋਈ ਇੰਜੀਨੀਅਰ ਬਣਨਾ ਚਾਹੁੰਦਾ ਹੈ ਤਾਂ ਇੰਜੀਨੀਅਰ ਬਣਨ ਵਾਸਤੇ ਜੋ ਸਿਸਟਮ ਹੈ, ਜੋ ਰਿਕੁਆਇਰਮੈਂਟ ਹੈ, ਉਹ ਪੂਰੀ ਕਰਨੀ ਪਵੇਗੀ। ਇਸੇ ਤਰ੍ਹਾਂ ਜੇ ਅਸੀਂ ਆਪਣੇ ਘਰ ਪਰਿਵਾਰ ਵਿੱਚ ਸੁਖ ਸ਼ਾਂਤੀ ਪਾਣਾ ਚਾਹੁੰਦੇ ਹਾਂ ਤਾਂ ਰਿਕੁਆਇਰਮੈਂਟ ਹੈ ਉਹ ਪੂਰੀ ਕਰਨੀ ਪਵੇਗੀ। ਜੋ ਵੀ ਚਾਹੁੰਦੇ ਹੋ ਪਾ ਸਕਦੇ ਹੋ, ਪਰ ਉਹਦੇ ਵਾਸਤੇ ਰਿਕੁਆਇਰਮੈਂਟ ਪੂਰੀ ਕਰਨੀ ਪਵੇਗੀ। ਹੁਕਮ ਵਿੱਚ ਚੱਲ ਕੇ ਜੋ ਵੀ ਚੀਜ਼ ਚਾਹੋ ਪਾ ਸਕਦੇ ਹੋ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਹੁਕਮ ਦੇ ਵਿੱਚ ਧਿਆਨ ਕਿਵੇਂ ਲੱਗੇ, ਇਹ ਗੱਲ ਦੇ ਨਾਲ ਅਸੀਂ ਜੁੜ ਕਿਵੇਂ ਸਕੀਏ। ਗੁਰੂ ਜੀ ਕਹਿੰਦੇ ਨੇ ਗੁਰ ਸ਼ਬਦੀ ਲੱਗੇ ਧਿਆਨ, ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਗਿਆਨ ਰਾਹੀਂ, ਉਪਦੇਸ਼ ਰਾਹੀਂ ਸਾਡਾ ਧਿਆਨ ਲੱਗਦਾ ਹੈ, ਲਗਨ ਲੱਗਦੀ ਹੈ, ਪ੍ਰੀਤ ਬਣਦੀ ਹੈ ਰੱਬੀ ਹੁਕਮ ਦੇ ਨਾਲ। ਤਾਂ ਇਸ ਲਈ ਸਾਨੂੰ ਗੁਰਬਾਣੀ ਪੜ੍ਹ ਕੇ, ਅਰਥ ਭਾਵ ਸਮਝ ਕੇ ਇਸ ਪਾਸੇ ਕੰਮ ਕਰਨ ਦੀ ਜ਼ਰੂਰਤ ਹੈ। ਗੁਰਬਾਣੀ ਰਾਹੀਂ ਸਾਨੂੰ ਸਮਝ ਆਏਗੀ ਹੁਕਮ ਦੀ, ਰਜ਼ਾ ਦੀ, ਭਾਣੇ ਦੀ। ਗੁਰਬਾਣੀ ਰਾਹੀਂ ਸਾਨੂੰ ਸਮਝ ਆਏਗੀ ਕਿ ਕਰਮ ਕਾਂਡਾਂ ਦੇ ਨਾਲ ਕੁਝ ਨਹੀਂ ਮਿਲਦਾ, ਜੰਤਰਾਂ ਮੰਤਰਾਂ ਦੇ ਨਾਲ ਕੋਈ ਸਾਡੇ ਕਾਰਜ ਰਾਸ ਨਹੀਂ ਹੁੰਦੇ, ਵਰਤ ਨਰਾਤਿਆਂ ਦੇ ਨਾਲ ਸਾਨੂੰ ਕੋਈ ਸ਼ਾਂਤੀ ਨਹੀਂ ਮਿਲਦੀ, ਤੀਰਥ ਇਸ਼ਨਾਨਾਂ ਦੇ ਉੱਤੇ, ਤੀਰਥ ਇਸ਼ਨਾਨਾਂ ਦੇ ਨਾਲ ਅੰਦਰ ਦੀ ਸ਼ੁੱਧਤਾ ਨਹੀਂ ਹੁੰਦੀ। ਇਹ ਚੀਜ਼ ਦੀ ਸਮਝ ਗੁਰੂ ਦੇ ਸ਼ਬਦ ਰਾਹੀਂ ਆਉਂਦੀ ਹੈ, ਤੇ ਜਿਹਦਾ ਧਿਆਨ ਗੁਰੂ ਸ਼ਬਦ ਰਾਹੀਂ ਰੱਬੀ ਹੁਕਮ ਵਿੱਚ ਲੱਗਦਾ ਹੈ, ਉਹ ਫਿਰ ਜੋ ਵੀ ਚਾਹੁੰਦਾ ਹੈ ਉਹ ਪਾ ਲੈਂਦਾ ਹੈ। ਕਿਲਵਿਖ ਪਾਪ ਸਭ ਕੱਟੀਆਂ, ਹਉਮੈ ਚੁੱਕੇ ਗੁਮਾਨ। ਕਿਲਵਿਖ ਦਾ ਮਤਲਬ ਪਾਪ, ਸਭ ਦਾ ਮਤਲਬ ਸਾਰੇ, ਕੱਟੀਆਂ ਦਾ ਮਤਲਬ ਕੱਟੇ ਜਾਂਦੇ ਨੇ, ਚੁੱਕੇ ਦਾ ਮਤਲਬ ਮੁੱਕ ਜਾਂਦਾ ਹੈ। ਤਾਂ ਜਿਸ ਦਾ ਧਿਆਨ ਰੱਬੀ ਰਜ਼ਾ ਵਿੱਚ ਲੱਗਦਾ ਹੈ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਉਹਦੇ ਸਾਰੇ ਪਾਪ ਤੇ ਵਿਕਾਰ ਕੱਟੇ ਜਾਂਦੇ ਨੇ। ਉਹਦੇ ਅੰਦਰੋਂ ਹਉਮੈ ਮੁੱਕ ਜਾਂਦੀ ਹੈ, ਉਹਦੇ ਅੰਦਰੋਂ ਅਹੰਕਾਰ ਦੂਰ ਹੋ ਜਾਂਦਾ। ਉਹਦੀ ਜ਼ਿੰਦਗੀ ਵਿੱਚ ਈਗੋ ਨਹੀਂ ਹੈ, ਨਾ ਉਹਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਹੈ, ਨਾ ਉਹਦੇ ਅੰਦਰ ਸੁਪਰੀਓਰਿਟੀ ਕੰਪਲੈਕਸ ਹੈ, ਨਾ ਹੀ ਉਹਦੇ ਅੰਦਰ ਫਿਰ ਕੋਈ ਪਾਪ ਔਰ ਵਿਕਾਰ ਰਹਿ ਜਾਂਦਾ ਹੈ। ਜਿਹਦਾ ਧਿਆਨ ਗੁਰੂ ਸ਼ਬਦ ਵਿੱਚ ਲੱਗ ਜਾਏ। ਤਾਂ ਜੇ ਅਸੀਂ ਚਾਹੁੰਦੇ ਹਾਂ ਕਿ ਇਹ ਸਮਾਜ ਪਾਪਾਂ ਤੋਂ ਮੁਕਤ ਹੋਵੇ, ਤਾਂ ਉਹਦੇ ਵਾਸਤੇ ਦੇਖੋ ਸਿੰਪਲ ਇੱਕ ਸਾਧਨ ਹੈ, ਸੌਖਾ ਸਾਧਨ ਹੈ ਕਿ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀ ਜਾਏ, ਗੁਰਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕੀਤਾ ਜਾਏ, ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕੀਤਾ ਜਾਏ। ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕਰਨ ਦੇ ਨਾਲ ਪਾਪ ਵੀ ਕੱਟੇ ਜਾਂਦੇ ਨੇ, ਹਉਮੈ ਔਰ ਗੁਮਾਨ ਵੀ ਮੁੱਕ ਜਾਂਦਾ ਹੈ। ਗੁਰਮੁਖ ਕਮਲ ਵਿਗਸਿਆ, ਸਭ ਆਤਮ ਬ੍ਰਹਮ ਪਛਾਨ। ਗੁਰਮੁਖ ਦਾ ਮਤਲਬ ਗੁਰੂ ਦੇ ਰਾਹੀਂ, ਗੁਰੂ ਦੇ ਸਨਮੁਖ ਰਿਆਂ। ਕਮਲ ਦਾ ਮਤਲਬ ਹਿਰਦੇ ਦਾ ਕੋਮਲ ਫੁੱਲ, ਯਾਨੀ ਅੰਦਰਲਾ ਮਨ। ਵਿਗਸਿਆ ਦਾ ਮਤਲਬ ਖਿੜ ਪੈਂਦਾ ਹੈ। ਪਛਾਣ ਦਾ ਮਤਲਬ ਪਛਾਣੂ, ਪਛਾਣਨ ਯੋਗ। ਆਤਮ ਬ੍ਰਹਮ ਦਾ ਮਤਲਬ ਪ੍ਰਭੂ। ਤਾਂ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਹਿਰਦਾ ਕੋਲ ਖਿੜ ਪੈਂਦਾ, ਉਹਦੇ ਅੰਦਰ ਵਿਗਾਸਤਾ ਆ ਜਾਂਦੀ ਹੈ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਬੰਦੇ ਦੇ ਅੰਦਰ ਨਿਰਾਸ਼ਾ ਨਹੀਂ ਰਹਿੰਦੀ, ਉਹਦੇ ਅੰਦਰ ਵਿਗਾਸਤਾ ਆ ਜਾਂਦੀ ਹੈ। ਉਹ ਆਸ਼ਾਵਾਦੀ ਹੈ, ਉਹ ਹਰ ਥਾਂ ਪ੍ਰਭੂ ਨੂੰ ਪਛਾਣਨ ਜੋਗਾ ਹੋ ਜਾਂਦਾ ਹੈ। ਸਭ ਆਤਮ ਬ੍ਰਹਮ ਪਛਾਣ ਦਾ ਮਤਲਬ ਸਭ ਥਾਵਾਂ ਤੇ, ਸਭ ਇਨਸਾਨਾਂ ਵਿੱਚ ਇੱਕ ਰੱਬ ਨੂੰ ਪਛਾਣਨ ਵਾਲਾ ਹੋ ਜਾਂਦਾ ਹੈ। ਤੇ ਜਿਹੜਾ ਇੱਕ ਰੱਬ ਨੂੰ ਸਭ ਦੇ ਅੰਦਰ ਪਛਾਣਦਾ ਹੈ ਨਾ, ਉਹਦਾ ਫਿਰ ਮਿਲਵਰਤਨ ਭਾਈ ਕਨਈਏ ਵਰਗਾ ਹੋ ਜਾਂਦਾ। ਉਹ ਸਭ ਦੇ ਨਾਲ ਫਿਰ ਰੱਬ ਵਰਗਾ ਪਿਆਰ, ਆਦਰ ਔਰ ਸਤਿਕਾਰ ਕਰਦਾ ਹੈ। ਔਰ ਉਸ ਮਨੁੱਖ ਦਾ ਹਿਰਦਾ ਕਮਲ ਖਿੜ ਪੈਂਦਾ ਹੈ। ਉਹਦੇ ਅੰਦਰ ਪੋਜ਼ਿਟਿਵਿਟੀ ਹੈ, ਉਹਦੇ ਅੰਦਰ ਸਕਾਰਾਤਮਕਤਾ ਹੈ, ਉਹਦੇ ਅੰਦਰ ਵਿਗਾਸਤਾ ਹੈ, ਉਹਦੇ ਅੰਦਰ ਫਿਰ ਨਿਰਾਸ਼ਾਵਾਦ ਨਹੀਂ ਹੈ।
ਤਾਂ ਇਹਦਾ ਮਤਲਬ ਇਹ ਹੋਇਆ ਇਸ ਪੰਕਤੀ ਦਾ ਕਿ ਹਰ ਇਨਸਾਨ ਜੀਵਨ ਦੇ ਅੰਦਰ ਹਰ ਵਕਤ ਖੁਸ਼ ਰਹਿ ਸਕਦਾ ਹੈ, ਪ੍ਰਸੰਨ ਰਹਿ ਸਕਦਾ ਹੈ, ਚੜ੍ਹਦੀ ਕਲਾ ਵਿੱਚ ਰਹਿ ਸਕਦਾ ਹੈ, ਜੇਕਰ ਉਹ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੇ, ਜੇਕਰ ਉਹ ਰੱਬੀ ਗੁਣਾਂ ਦੇ ਨਾਲ ਜੁੜੇ ਔਰ ਜੇਕਰ ਉਹ ਹਰ ਥਾਂ ਤੇ ਉਸ ਪ੍ਰਭੂ ਨੂੰ ਪਛਾਣੇ, ਯਾਨੀ ਇਹਨਾਂ ਚੀਜ਼ਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੇ। ਤਾਂ ਹਰ ਹਰ ਕਿਰਪਾ ਧਾਰ ਪ੍ਰਭ, ਜਨ ਨਾਨਕ ਜਪ ਹਰ ਨਾਮ। हे ਪ੍ਰਭੂ, ਦਾਸ ਨਾਨਕ ਤੇ ਮਿਹਰ ਕਰ ਕਿ ਮੈਂ ਤੇਰਾ ਦਾਸ ਵੀ ਤੇਰੇ ਨਾਮ ਨੂੰ ਜਪਾਂ ਦਾ ਮਤਲਬ ਸਾਂਝ ਪਾਵਾਂ, ਤੇਰੇ ਨਾਮ ਦਾ ਮਤਲਬ ਹੁਕਮ ਦੇ ਨਾਲ ਸਾਂਝ ਪਾਵਾਂ। ਮੈਂ ਵੀ ਤੇਰੀ ਰਜ਼ਾ ਭਾਣੇ ਵਿੱਚ ਤੁਰ ਸਕਾਂ, ਮੈਂ ਵੀ ਤੇਰੀ ਸਿਫਤ ਸਲਾਹ ਕਰ ਸਕਾਂ, ਮੈਂ ਵੀ ਤੇਰੇ ਗੁਣਾਂ ਨੂੰ ਇੰਪਲੀਮੈਂਟ ਕਰ ਸਕਾਂ। ਦਾਸ ਨਾਨਕ ਤੇ ਕਿਰਪਾ ਕਰ। ਤਾਂ ਗੁਰੂ ਜੀ ਸਾਨੂੰ ਇੱਥੇ ਅਰਦਾਸ ਕਰਨੀ, ਮੰਗ ਮੰਗਣੀ ਸਿਖਾ ਰਹੇ ਨੇ, ਸਾਨੂੰ ਜੀਵਨ ਦਾ ਮਨੋਰਥ ਦੇ ਰਹੇ ਨੇ ਕਿ ਜੀਵਨ ਦਾ ਮਨੋਰਥ ਕੀ ਹੈ। ਗੁਣਾਂ ਦੇ ਧਾਰਨੀ ਹੋਣਾ, ਰੱਬੀ ਰਜ਼ਾ ਨੂੰ ਫੋਲੋ ਕਰਨਾ। ਤੇ ਹੇ ਮਾਲਕ, ਮੇਰੇ ਤੇ ਰਹਿਮਤ ਕਰ ਕਿ ਮੈਂ ਤੇਰੀ ਸਿਫਤ ਸਲਾਹ ਕਰ ਸਕਾਂ, ਮੈਂ ਤੇਰੇ ਗੁਣਾਂ ਦਾ ਧਾਰਨੀ ਹੋ ਸਕਾਂ। ਮਹਿਲਾ ਚੌਥਾ। ਹਰ ਹਰ ਨਾਮ ਪਵਿੱਤ ਹੈ, ਨਾਮ ਜਪਤ ਦੁਖ ਜਾਏ। ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ। ਪਵਿੱਤ ਦਾ ਮਤਲਬ ਆਤਮਿਕ ਜੀਵਨ ਨੂੰ ਸੁੱਚਾ ਬਣਾਉਣ ਵਾਲਾ, ਪਵਿੱਤਰ ਬਣਾਉਣ ਵਾਲਾ। ਜਪਤ ਦਾ ਮਤਲਬ ਜਪਦਿਆਂ, ਤੇ ਜਪ ਦਾ ਮਤਲਬ ਹੁੰਦਾ ਹੈ ਸਾਂਝ ਪਾਣੀ, ਜਾਣਨਾ। ਜਪ ਦਾ ਮਤਲਬ ਜਾਣਨਾ, ਸਾਂਝ ਪਾਣੀ। ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਦੀ ਜੋ ਸਿਫਤ ਸਲਾਹ ਹੈ, ਇਹ ਆਤਮਿਕ ਜੀਵਨ ਨੂੰ ਸੁੱਚਾ ਬਣਾਉਣ ਵਾਲੀ ਹੈ, ਉੱਚਾ ਬਣਾਉਣ ਵਾਲੀ ਹੈ, ਪਵਿੱਤਰ ਹੈ। ਰੱਬੀ ਗੁਣ ਪਵਿੱਤਰ ਨੇ, ਤੇ ਜੋ ਇਨਸਾਨ ਰੱਬੀ ਗੁਣਾਂ ਦਾ ਧਾਰਨੀ ਹੋਵੇਗਾ, ਉਹ ਬੰਦਾ ਮਨ, ਬਚਨ ਔਰ ਕਰਮ ਕਰਕੇ ਪਵਿੱਤਰ ਹੋ ਜਾਏਗਾ। ਉਹਦੀ ਸੋਚ ਵੀ ਪਵਿੱਤਰ ਹੋਏਗੀ, ਉਸਦੇ ਬੋਲ ਵੀ ਮੈਲ ਤੋਂ ਰਹਿਤ ਹੋਣਗੇ, ਔਰ ਉਸਦਾ ਬਿਹੇਵੀਅਰ, ਉਹਦੇ ਕਰਮ ਵੀ ਮੈਲ ਤੋਂ ਰਹਿਤ ਹੋਣਗੇ। ਇਸ ਲਈ ਗੁਰੂ ਜੀ ਕਹਿੰਦੇ ਨੇ ਪ੍ਰਭੂ ਦੀ ਸਿਫਤ ਸਲਾਹ, ਪ੍ਰਭੂ ਦਾ ਹੁਕਮ ਆਤਮਿਕ ਜੀਵਨ ਨੂੰ ਸੁੱਚਾ ਬਣਾਉਣ ਵਾਲਾ ਹੈ। ਤੇ ਨਾਮ ਦਾ ਮਤਲਬ ਹੁਕਮ ਦੇ ਨਾਲ, ਜਪਤ ਦਾ ਮਤਲਬ ਸਾਂਝ ਪਾਇਆ, ਦੁੱਖ ਜਾਏ ਦਾ ਮਤਲਬ ਹਰੇਕ ਦੁੱਖ ਦੂਰ ਹੋ ਜਾਂਦਾ ਹੈ। ਰੱਬੀ ਸਿਫਤ ਸਲਾਹ ਕੀਤਿਆਂ, ਰੱਬੀ ਰਜ਼ਾ ਵਿੱਚ ਤੁਰਿਆਂ, ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਸਾਰੇ ਦੁੱਖਾਂ ਦਾ ਦਾਰੂ ਪ੍ਰਭੂ ਦਾ ਹੁਕਮ ਹੈ, ਸੱਚ ਹੈ। ਸੱਚ ਸਭਨਾ ਹੋਈ ਦਾਰੂ, ਪਾਪ ਕੱਢੈ ਧੋਏ। ਸਰਬ ਰੋਗ ਕਾ ਔਖਦ ਨਾਮ। ਨਾਮ ਦਾ ਮਤਲਬ ਹੁਕਮ। ਹਰ ਰੋਗ ਦੀ ਦਵਾ ਪ੍ਰਭੂ ਦਾ ਹੁਕਮ ਹੈ, ਸਿਸਟਮ ਹੈ। ਜਿਨ ਕੋ ਪੂਰਬ ਲਿਖਿਆ, ਤਿਨ ਮਨ ਵਸਿਆ ਆਏ। ਪੂਰਬ ਦਾ ਮਤਲਬ ਪੂਰਬਲੇ ਜੋ ਕੀਤੇ ਹੋਏ ਜਿਹੜੇ ਕਰਮ ਨੇ, ਪਿਛਲੇ ਜੀਵਨ ਵਿੱਚ ਜੋ ਅਸਾਂ ਕੀਤੇ ਨੇ, ਹੁਣ ਤੱਕ ਜੋ ਜ਼ਿੰਦਗੀ ਅਸਾਂ ਜੀਵੀ ਹੈ, ਜੋ ਵੀ ਅਸਾਂ ਪੂਰਬ ਵਿੱਚ ਆਪਣੇ ਅੰਦਰ ਲਿਖਿਆ ਹੋਇਆ ਹੈ, ਜੋ ਅਸਾਂ ਸੁਣਿਆ ਹੈ, ਬੋਲਿਆ ਹੈ, ਵੇਖਿਆ ਹੈ, ਜੋ ਸਾਡੇ ਅੰਦਰ ਸੰਸਕਾਰ ਬਣੇ ਨੇ, ਜੈਸਾ ਸੁਭਾਅ ਅਸਾਂ ਬਣਾ ਲਿਆ ਹੈ, ਜਿਨ੍ਹਾਂ ਨੇ ਪੂਰਬ ਦੇ ਵਿੱਚ, ਯਾਨੀ ਇਹ ਜਿਹੜੇ ਸੰਸਕਾਰ ਰੱਬੀ ਗੁਣਾਂ ਵਾਲੇ ਪੈਦਾ ਕੀਤੇ ਨੇ, ਤਿੰਨ ਮਨ ਵਸਿਆ ਆਏ। ਉਹਨਾਂ ਦੇ ਮਨ ਦੇ ਵਿੱਚ ਪ੍ਰਭੂ ਆਪ ਆਵਸਥ ਹੈ, ਜਿਨ੍ਹਾਂ ਦੇ ਅੰਦਰ ਸੰਸਕਾਰਾਂ ਦਾ ਲੇਖਾ ਹੈ, ਜਿਨ੍ਹਾਂ ਦੇ ਅੰਦਰ ਚੰਗੇ ਸੰਸਕਾਰ ਨੇ। ਔਰ ਇਹ ਗੱਲ ਬਿਲਕੁਲ ਸਾਫ਼ ਸੁਥਰੀ ਹੈ, ਸਾਡੀ ਸਮਝ ਵਿੱਚ ਬਹਿੰਦੀ ਹੈ ਕਿ ਜਿਨ੍ਹਾਂ ਨੇ ਆਪਣੀ ਸੋਚ ਪੋਜ਼ਿਟਿਵ ਬਣਾਈ ਹੈ, ਜੋ ਹਮੇਸ਼ਾ ਪੋਜ਼ਿਟਿਵ ਸੋਚਦੇ ਨੇ, ਗੁਣਾਂ ਵਾਲੀ ਸੋਚ ਸੋਚਦੇ ਨੇ, ਉਹਨਾਂ ਦੇ ਜੀਵਨ ਵਿੱਚ ਗੁਣ ਨੇ। ਕਿੰਨੇ ਸਾਰੇ ਭੈਣ ਭਰਾ ਸਾਨੂੰ ਐਸੇ ਮਿਲ ਜਾਂਦੇ ਨੇ, ਜਿਨ੍ਹਾਂ ਦੀ ਬੋਲ ਬਾਣੀ ਬੜੀ ਮਿੱਠੀ ਹੈ, ਜਿਨ੍ਹਾਂ ਦਾ ਬਿਹੇਵੀਅਰ ਬੜਾ ਪਿਆਰਾ ਹੈ, ਜਿਹੜੇ ਬੜੇ ਇਮਾਨਦਾਰ ਨੇ, ਹੈਲਪਫੁਲ ਨੇ, ਤੇ ਕਿਉਂਕਿ ਉਹਨਾਂ ਦਾ ਸੁਭਾਅ ਹੀ ਐਵੇਂ ਬਣਿਆ ਹੋਇਆ ਹੈ, ਉਹਨਾਂ ਦੀ ਬਨਾਵਟੀ ਜ਼ਿੰਦਗੀ ਨਹੀਂ ਹੈ। ਹੁਣ ਉਹਨਾਂ ਨੇ ਸੁਭਾਅ ਸ਼ੁਰੂ ਤੋਂ ਬਣਾਇਆ ਹੀ ਐਸਾ ਹੈ, ਉਹਨਾਂ ਦਾ ਸੁਭਾਅ ਐਸਾ ਬਣ ਗਿਆ, ਔਰ ਉਹਨਾਂ ਦੇ ਸੁਭਾਅ ਦੇ ਅੰਦਰ ਇਹ ਚੀਜ਼ਾਂ ਪੱਕੇ ਤੌਰ ਤੇ ਵਸ ਗਈਆਂ, ਆਟੋਮੈਟਿਕਲੀ ਉਹ ਚੀਜ਼ਾਂ ਆ ਰਹੀਆਂ ਨੇ ਅੰਦਰੋਂ। ਤੇ ਜਿਹੜੇ ਸਾਡੇ ਵਰਗੇ ਨੇ, ਜਿਨ੍ਹਾਂ ਨੇ ਝੂਠ ਫਰੇਬ ਨੂੰ ਸੰਸਕਾਰ ਅੰਦਰ ਪੈਦਾ ਕੀਤੇ ਨੇ, ਤੇ ਸਾਡੇ ਅੰਦਰ ਉਹ ਵਸ ਗਏ ਨੇ, ਈਰਖਾ ਦਵੈਸ ਸਾਡੇ ਅੰਦਰੋਂ ਆਪਣੇ ਆਪ ਫੁੱਟਦੀ ਹੈ। ਸਾਨੂੰ ਕੋਈ ਮਾੜੀ ਜੀ ਗੱਲ ਕਹਿ ਦੇ, ਅਸੀਂ ਗੁੱਸੇ ਦੇ ਨਾਲ ਅੱਗ ਬਬੂਲਾ ਹੋ ਜਾਂਦੇ ਆ, ਸਾਡੇ ਅੰਦਰੋਂ ਗੁੱਸੇ ਦਾ ਲਾਵਾ ਫੁੱਟ ਪੈਂਦਾ ਹੈ, ਕਿਉਂਕਿ ਅਸੀਂ ਆਪਣੇ ਅੰਦਰ ਲਿਖਿਆ ਹੀ ਉਹ ਹੋਇਆ ਹੈ ਨਾ, ਗੁੱਸਾ, ਝੂਠ, ਫਰੇਬ, ਨਕਾਰਾਤਮਕਤਾ। ਉਹਨਾਂ ਦੇ ਅੰਦਰੋਂ ਨਕਾਰਾਤਮਕਤਾ ਫੁੱਟਦੀ ਹੈ।
ਤਾਂ ਗੁਰੂ ਜੀ ਕਹਿੰਦੇ ਨੇ ਇਹ ਜੋ ਰੱਬੀ ਸਿਫਤ ਸਲਾਹ ਉਹਨਾਂ ਦੇ ਮਨ ਵਿੱਚ ਆਵਸਤੀ ਹੈ, ਰੱਬ ਉਹਨਾਂ ਦੇ ਅੰਦਰ ਸਦਾ ਲਈ ਟਿਕ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਰੱਬੀ ਗੁਣਾਂ ਦੇ ਸ਼ੁਭ ਸੰਸਕਾਰ ਲਿਖੇ ਹੁੰਦੇ ਨੇ। ਸਤਿਗੁਰ ਕਹਿ ਭਾਣੈ ਜੋ ਚੱਲੇ, ਤਿੰਨ ਦਾਲਦ ਦੁੱਖ ਲਹਿ ਜਾਏ। ਦਾਲਦ ਦਾ ਮਤਲਬ ਦਰਿਦਰ, ਗਰੀਬੀ। ਸਤਿਗੁਰ ਕੇ ਭਾਣੇ ਦਾ ਮਤਲਬ ਗੁਰੂ ਦੀ ਰਜ਼ਾ ਵਿੱਚ, ਗੁਰੂ ਦੀ ਸਿੱਖਿਆ ਮੁਤਾਬਕ। ਦੁੱਖ ਦਾ ਮਤਲਬ ਦੁੱਖ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜਾ ਜਿਹੜਾ ਮਨੁੱਖ ਗੁਰੂ ਦੀ ਰਜ਼ਾ ਵਿੱਚ ਤੁਰਦਾ ਹੈ, ਚੱਲੇ ਦਾ ਮਤਲਬ ਜ਼ਿੰਦਗੀ ਜਿੰਦਾ ਹੈ, ਉਹਨਾਂ ਦਾ ਦੁੱਖ ਤੇ ਦਰਿਦਰ ਦੂਰ ਹੋ ਜਾਂਦਾ ਹੈ। ਨਾ ਉਹਨਾਂ ਦੀ ਜ਼ਿੰਦਗੀ ਵਿੱਚ ਗਰੀਬੀ ਰਹਿੰਦੀ ਹੈ, ਨਾ ਉਹਨਾਂ ਦੇ ਜੀਵਨ ਦੇ ਵਿੱਚ ਦੁੱਖ ਰਹਿੰਦਾ ਹੈ। ਦੇਖੋ, ਇੱਕ ਗਰੀਬੀ ਤੇ ਹੈ ਪੈਸੇ ਦੀ। ਹੁਣ ਬਹੁਤ ਸਾਰੇ ਲੋਕ ਨੇ, ਉਹਨਾਂ ਕੋਲ ਪੈਸਾ ਤਾਂ ਬਹੁਤ ਹੈ, ਲੇਕਿਨ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਗੁਣ ਨਹੀਂ ਹਨ, ਇਨਸਾਨੀਅਤ ਨਹੀਂ ਹੈ। ਇਸ ਪੱਖੋਂ ਉਹ ਗਰੀਬ ਨੇ। ਤੇ ਗੁਰਬਾਣੀ ਦੇ ਅੰਦਰ ਅਸਲ ਗਰੀਬ ਉਸੇ ਨੂੰ ਕਿਹਾ ਹੈ ਜਿਸ ਦੇ ਅੰਦਰ ਇਨਸਾਨੀਅਤ ਨਹੀਂ ਹੈ, ਜਿਹਦੇ ਅੰਦਰ ਰੱਬੀ ਗੁਣ ਨਹੀਂ ਹਨ। ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਜਿਹਦੇ ਹਿਰਦੇ ਅੰਦਰ, ਜਿਹਦੀ ਸੋਚ ਦੇ ਅੰਦਰ ਰੱਬੀ ਗੁਣ ਨਹੀਂ ਹਨ, ਅਸਲੀ ਕੰਗਾਲ ਉਹ ਹੈ। ਹੁਣ ਕਿੰਨਾ ਕੰਗਾਲ ਹੋਏਗਾ ਉਹ ਮਨੁੱਖ ਜੋ ਕਿਸੇ ਬੇਗਾਨੀ ਧੀ ਭੈਣ ਨੂੰ ਮਾੜੀ ਨਜ਼ਰ ਨਾਲ ਵੇਖਦਾ ਹੈ। ਉਹ ਚਾਹੇ ਪੜ੍ਹਿਆ ਹੈ, ਅਨਪੜ੍ਹ ਹੈ, ਦੁਨਿਆਵੀ ਧਨ ਕਰਕੇ ਅਮੀਰ ਹੈ ਜਾਂ ਗਰੀਬ ਹੈ, ਲੇਕਿਨ ਅੰਦਰੋਂ ਤਾਂ ਜਲੂਸ ਨਿਕਲਿਆ ਪਿਆ ਨਾ, ਗਰੀਬ ਹੈ ਨਾ ਅੰਦਰੋਂ। ਮਾਨਸਿਕਤਾ ਕਿੰਨੀ ਗਰੀਬ ਹੈ। ਜੋ ਬੰਦਾ ਖਾਣ ਪੀਣ ਦੇ ਪਦਾਰਥਾਂ ਵਿੱਚ ਮਿਲਾਵਟ ਕਰ ਰਿਹਾ ਹੈ, ਜੋ ਈਰਖਾ ਕਰਕੇ, ਚੁਗਲੀਆਂ ਕਰਕੇ ਦੂਜਿਆਂ ਦੇ ਕੰਮ ਗਵਾ ਰਿਹਾ ਹੈ, ਘਰਾਂ ਨੂੰ ਪਾੜ ਰਿਹਾ ਹੈ, ਤਾਂ ਗਰੀਬੀ ਹੈ ਨਾ। ਔਰ ਇਸ ਗਰੀਬੀ ਕਰਕੇ ਹੀ ਦੁੱਖ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜੋ ਰੱਬੀ ਰਜ਼ਾ ਵਿੱਚ, ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ, ਸਤਿਗੁਰ ਦੇ ਭਾਣੇ ਵਿੱਚ ਚੱਲਦਾ ਹੈ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜਿੰਦਾ ਹੈ, ਉਹਨਾਂ ਦੇ ਅੰਦਰ ਇਹ ਗਰੀਬੀ ਨਹੀਂ ਰਹਿੰਦੀ। ਔਰ ਇਸ ਗਰੀਬੀ ਕਰਕੇ, ਇਸ ਵਿਕਾਰਾਂ ਕਰਕੇ ਜੋ ਦੁੱਖ ਨੇ ਉਹ ਉਹਨਾਂ ਦੇ ਅੰਦਰ ਨਹੀਂ ਰਹਿੰਦੇ। ਉਹਨਾਂ ਦਾ ਦੁੱਖ ਦਰਿਦਰ ਦੂਰ ਹੋ ਜਾਂਦਾ ਹੈ। ਆਪਣੇ ਭਾਣੇ ਕਿਨੇ ਨਾ ਪਾਇਓ, ਜਨ ਵੇਖੋ ਮਨ ਪਤਿਆਏ। ਪਤਿਆਏ ਦਾ ਮਤਲਬ ਪਤਿਆ ਕੇ, ਤਸੱਲੀ ਕਰਕੇ, ਨਿਰਣਾ ਕਰਕੇ। ਹੇ ਜਨੋ, ਆਪਣੇ ਮਨ ਵਿੱਚ ਤਸੱਲੀ ਕਰਕੇ ਵੇਖ ਲਓ, ਸੋਚ ਕੇ ਵੇਖ ਲਓ, ਪਰਸਨਲੀ ਸੋਚ ਕੇ ਦੇਖ ਲਓ। ਆਪਣੇ ਭਾਣੇ ਕਿਨੇ ਨਾ ਪਾਇਓ, ਆਪਣੀ ਮਰਜ਼ੀ ਵਿੱਚ ਤੁਰ ਕੇ, ਮਨਮੁਖਤਾ ਵਾਲੀ ਜ਼ਿੰਦਗੀ ਜੀ ਕੇ, ਆਪ ਹੁਦਰੇ ਵਾਲਾ ਜੀਵਨ ਜੀ ਕੇ ਕਦੇ ਵੀ ਕਿਸੇ ਨੇ ਰੱਬ ਨੂੰ ਪ੍ਰਾਪਤ ਨਹੀਂ ਕੀਤਾ। ਆਪ ਹੁਦਰੇ ਵਾਲੀ ਜ਼ਿੰਦਗੀ ਜੀ ਕੇ ਕਦੇ ਵੀ ਕਿਸੇ ਨੇ ਇਨਸਾਨੀਅਤ ਹਾਸਲ ਨਹੀਂ ਕੀਤੀ। ਆਪ ਹੁਦਰੇ ਵਾਲੀ ਜ਼ਿੰਦਗੀ ਜੀ ਕੇ ਕਦੇ ਕਿਸੇ ਦੇ ਅੰਦਰ ਵਿਗਾਸਤਾ ਨਹੀਂ ਆਈ, ਕਿਸੇ ਨੇ ਰੱਬ ਨੂੰ ਨਹੀਂ ਪਾਇਆ। ਆਪ ਹੁਦਰੇ ਦਾ ਮਤਲਬ ਜੋ ਗੁਰੂ ਦਰਸਾਏ ਮਾਰਗ ਤੇ ਨਹੀਂ ਚੱਲਦਾ, ਸੱਚ ਦੇ ਰਾਹਾਂ ਤੇ ਨਹੀਂ ਤੁਰਦਾ, ਆਪਣੀ ਮਰਜ਼ੀ ਜਿੱਧਰ ਆਈ, ਜੇ ਨਸ਼ੇ ਵਰਤਨ ਦੀ ਜੀ ਕੀਤਾ ਨਸ਼ੇ ਵਰਤੇ, ਚੋਰੀਆਂ ਕਰਨ ਤੇ ਜੀ ਕੀਤਾ ਚੋਰੀਆਂ ਕੀਤੀਆਂ, ਰਿਸ਼ਵਤ ਲੈਣ ਤੇ ਜੀ ਕੀਤਾ ਰਿਸ਼ਵਤ ਲਈ, ਜਾਂ ਕਰਮ ਕਾਂਡ ਕੀਤੇ ਆਪਣੀ ਮਰਜ਼ੀ ਦੇ ਨਾਲ ਹੀ, ਮਤਲਬ ਪਾਪ ਵੀ ਕੀਤੇ ਤੇ ਤੀਰਥਾਂ ਤੇ ਵੀ ਨਹਾਉਂਦਾ ਫਿਰਿਆ। ਐਵੇਂ ਦੇ ਕਰਮ ਕਰਕੇ ਕਦੇ ਕਿਸੇ ਨੂੰ ਰੱਬ ਨਹੀਂ ਮਿਲਿਆ। ਐਵੇਂ ਦੇ ਕਰਮ ਕਰਕੇ ਕਦੇ ਕਿਸੇ ਨੂੰ ਸ਼ਾਂਤੀ ਨਹੀਂ ਮਿਲੀ। ਗੁਰੂ ਜੀ ਕਹਿੰਦੇ ਨੇ ਨਹੀਂ ਇਤਬਾਰ ਤੇ ਆਪਣੇ ਮਨ ਵਿੱਚ ਪਤਿਆ ਕੇ ਵੇਖ ਲਓ, ਨਿਰਣਾ ਕਰਕੇ ਵੇਖ ਲਓ, ਆਪ ਸੋਚ ਕੇ ਵੇਖ ਲਓ, ਇਕੱਲਿਆਂ ਬਹਿ ਕੇ, ਨਿਰਵੈਰ ਹੋ ਕੇ, ਨਿਸਪਕਸ਼ ਹੋ ਕੇ। ਜਦੋਂ ਅਸੀਂ ਸੋਚ ਕੇ ਵੇਖੀ ਗੱਲ ਤਾਂ ਠੀਕ ਹੈ, ਤਾਂ ਆਪਣੀ ਤਸੱਲੀ ਕਰ ਲਓ, ਆਪਣੇ ਮਨ ਦੀ ਮਰਜ਼ੀ ਵਿੱਚ ਤੁਰ ਕੇ ਕਿਸੇ ਨੇ ਵੀ ਇਹਨਾਂ ਰੱਬੀ ਗੁਣਾਂ ਨੂੰ ਔਰ ਪ੍ਰਭੂ ਨੂੰ ਪ੍ਰਾਪਤ ਨਹੀਂ ਕੀਤਾ। ਜਨ ਨਾਨਕ ਦਾਸਨ ਦਾਸ ਹੈ, ਜੋ ਸਤਿਗੁਰ ਲਾਗੇ ਪਾਏ। ਪਾਏ ਨਹੀਂ ਪੜਨਾ, ਪਾਏ। ਜਿਹੜੇ ਮਨੁੱਖ ਗੁਰੂ ਦੀ ਚਰਨੀ ਲੱਗਦੇ ਨੇ, ਗੁਰੂ ਜੀ ਕਹਿੰਦੇ ਜਨ ਨਾਨਕ ਦਾਸਨ ਦਾਸ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ। ਕਿਉਂਕਿ ਇੱਥੇ ਗੁਰੂ ਜੀ ਆਪਣੇ ਵਾਸਤੇ ਕਹਿ ਰਹੇ ਨੇ, ਜਨ ਦੇ ਨੰਨੇ ਥੱਲੇ ਵੀ ਔਂਕੜ ਹੈ, ਨਾਨਕ ਦੇ ਕੱਕੇ ਥੱਲੇ ਵੀ ਔਂਕੜ ਹੈ। ਜਨ ਨਾਨਕ ਦਾ ਵਿਸ਼ੇਸ਼ਣ ਹੈ, ਔਰ ਨਾਨਕ ਸ਼ਬਦ ਇੱਥੇ ਕਰਤਾ ਕਾਰਕ ਇੱਕ ਵਚਨ ਪੁਲਿੰਗ ਸ਼ਬਦ ਹੈ। ਜਿਹੜੇ ਮਨੁੱਖ ਗੁਰੂ ਦੀ ਚਰਨੀ ਪਏ ਨੇ, ਯਾਨੀ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ, ਦਾਸ ਨਾਨਕ ਉਹਨਾਂ ਦੇ ਦਾਸਾਂ ਦਾ ਦਾਸ ਹੈ। ਪੌੜੀ ਤੂੰ ਥਾਨ ਥਨੰਤਰ ਭਰਪੂਰ ਹੈ ਕਰਤੇ, ਸਭ ਤੇਰੀ ਬਣਤ ਬਣਾਵਣੀ। ਇਹ ਭਰਪੂਰ ਸ਼ਬਦ ਜਿਹੜੇ ਨਾ ਥੋੜਾ ਜਿਹਾ ਖਿਆਲ ਨਾਲ ਬੋਲਣਾ ਹੈ।
ਆਮ ਕਰਕੇ ਜਦੋਂ ਅਸੀਂ ਪੜ੍ਹਦੇ ਹਾਂ ਤੇ ਭਰਪੂਰ ਪੜਿਆ ਜਾਂਦਾ ਹੈ। ਧਿਆਨ ਨਾਲ ਸੁਣਿਓ, ਮੈਂ ਬੋਲ ਰਿਹਾ ਭਰਪੂਰ। ਹੁਣ ਭੂਰ ਬੋਲ ਰਿਹਾ ਹੈ, ਭਰਪੂਰ। ਭੂਰ ਨਹੀਂ ਬੋਲਣਾ, ਪੂਰ ਬੋਲਣਾ ਹੈ, ਪੂਰ। ਭਰਪੂਰ, ਭਰਪੂਰ। ਤੂੰ ਥਾਨ ਥਨੰਤਰ ਭਰਪੂਰ ਹੈ ਕਰਤੇ, ਸਭ ਤੇਰੀ ਬਣਤ ਬਣਾਵਣੀ। ਥਾਨ ਥਨੰਤਰ ਦਾ ਮਤਲਬ ਥਾਂ ਥਾਂ ਅੰਦਰ, ਹਰੇਕ ਥਾਂ ਤੇ। ਹੇ ਕਰਤਾਰ, ਤੂੰ ਹਰੇਕ ਥਾਂ ਵਿੱਚ ਵਿਆਪਕ ਹੈ। ਸੰਸਾਰ ਦੀ ਸਾਰੀ ਬਣਤਰ ਤੇਰੀ ਬਣਾਈ ਹੋਈ ਹੈ। ਸਭ ਤੇਰੀ ਬਣਤ ਬਣਾਵਣੀ ਦਾ ਮਤਲਬ ਸਾਰੀ ਬਣਤ ਤੇਰੀ ਬਣਾਈ ਹੋਈ ਹੈ। ਸਾਰੀ ਰਚਨਾ ਤੇਰੇ ਹੁਕਮ ਵਿੱਚ ਹੈ। ਸਾਰੀ ਰਚਨਾ ਕਿਸੇ ਸਿਸਟਮ ਦੇ ਅੰਦਰ ਹੈ। ਇਹ ਤੇਰੀ ਬਣਤਰ ਹੈ, ਤੇਰੀ ਬਣਾਈ ਹੋਈ ਹੈ। ਔਰ ਤੂੰ ਸਭ ਥਾਵਾਂ ਤੇ ਪਰਿਪੂਰਨ ਹੈ। ਕਿਤੇ ਵੀ ਐਸੀ ਜਗ੍ਹਾ ਨਹੀਂ ਜਿੱਥੇ ਤੂੰ ਨਹੀਂ ਹੈ। ਤਾਂ ਇਹਦਾ ਮਤਲਬ ਕਿ ਰੱਬ ਜਿਹੜਾ ਹੈ ਉਹ ਇਸ ਦੁਨੀਆ ਤੋਂ ਵੱਖਰੇ ਕਿਤੇ ਖੰਡ ਵਿੱਚ ਨਹੀਂ ਬੈਠਾ, ਕਿਤੇ ਵੱਖਰੇ ਸਵਰਗ ਜੰਨਤ ਜਾਂ ਸੱਚਖੰਡ ਵਿੱਚ ਨਹੀਂ ਬੈਠਾ। ਥਾਨ ਤਨੰਤਰ ਹਰ ਥਾਂ ਤੇ ਪਰਿਪੂਰਨ ਹੈ, ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ। ਰੰਗ ਪਰੰਗ ਸਿਸ਼ਟ ਸਭ ਸਾਜੀ, ਬਹੁ ਬਹੁ ਬਿਦ ਭਾਂਤ ਉਪਾਵਣੀ। ਭਾਂਤ ਦਾ ਮਤਲਬ ਭਾਂਤੀ, ਕਈ ਕਿਸਮ ਦੀ। ਬਹੁ ਬਿਦ ਦਾ ਮਤਲਬ ਕਈ ਕਿਸਮ। ਰੰਗ ਪਰੰਗ ਦਾ ਮਤਲਬ ਰੰਗ ਬਰੰਗੀ, ਕਈ ਰੰਗਾਂ ਦੀ, ਕਈ ਤਰ੍ਹਾਂ ਦੀ। ਸਾਰੀ ਸ੍ਰਿਸ਼ਟੀ ਤੂੰ ਰੰਗ ਬਰੰਗੀ ਬਣਾਈ ਹੈ, ਕਈ ਰੰਗਾਂ ਦੀ, ਕਈ ਕਿਸਮਾਂ ਦੀ ਬਣਾਈ ਹੈ। ਕਈ ਕਿਸਮਾਂ ਦੀ ਬਣਾਈ ਹੈ, ਕਈ ਰੰਗਾਂ ਦੀ ਬਣਾਈ ਹੈ, ਅਨੇਕਾਂ ਤਰੀਕਿਆਂ ਦੀ ਬਣਾਈ ਹੈ, ਅਨੇਕਾਂ ਢੰਗਾਂ ਦੀ ਬਣਾਈ ਹੈ। ਇਹ ਸਾਰੀ ਕਾਇਨਾਤ ਦਾ ਅੰਤ ਨਹੀਂ ਪਾਇਆ ਜਾਂਦਾ। ਸਭ ਤੇਰੀ ਜੋਤ, ਜੋਤੀ ਵਿੱਚ ਵਰਤੈ, ਗੁਰਮਤੀ ਤੁਧੈ ਲਾਵਣੀ। ਜੋਤ ਦਾ ਮਤਲਬ ਚਾਨਣ। हे ਕਰਤਾਰ, ਸਾਰੀ ਕਾਇਨਾਤ ਵਿੱਚ ਤੇਰਾ ਨੂਰ ਹੈ, ਤੇਰਾ ਚਾਨਣ ਹੈ। ਔਰ ਹਰ ਜੋਤੀ, ਹਰ ਸ਼ਰੀਰ, ਹਰ ਆਕਾਰ ਦੇ ਅੰਦਰ ਤੂੰ ਵਰਤ ਰਿਹਾ ਹੈ। ਗੁਰਮਤੀ ਤੁਧੈ ਲਾਵਣੀ ਦਾ ਮਤਲਬ ਤੂੰ ਆਪ ਹੀ ਜਗਤ ਦੇ ਜੀਵਾਂ ਨੂੰ ਗੁਰੂ ਦੀ ਸਿੱਖਿਆ ਵਿੱਚ ਜੋੜਦਾ ਹੈ। ਯਾਨੀ ਗੁਰੂ ਦੀ ਸਿੱਖਿਆ ਵਿੱਚ ਜੁੜ ਕੇ ਹੀ ਤੇਰੇ ਨਾਲ ਜੁੜਿਆ ਜਾ ਸਕਦਾ ਹੈ। ਹਰ ਥਾਂ ਤੇ ਤੇਰੀ ਜੋਤ, ਤੇਰਾ ਨੂਰ, ਤੇਰਾ ਜ਼ਹੂਰ ਜਲਵਾ ਹੈ। ਔਰ ਉਸ ਨੂਰ ਦੇ ਅੰਦਰ ਤੂੰ ਆਪ ਹੀ ਵਸ ਰਿਹਾ ਹੈ। ਹਰ ਜੀਵ ਦੇ ਅੰਦਰ ਤੂੰ ਆਪ ਵਰਤ ਰਿਹਾ ਹੈ। ਤੇ ਗੁਰੂ ਦੀ ਮੱਤ ਵਿੱਚ ਵੀ ਤੂੰ ਆਪ ਹੀ ਲਾਂਦਾ ਹੈ। ਭਾਵ ਤੇਰੀ ਰਜ਼ਾ ਵਿੱਚ ਚੱਲ ਕੇ ਹੀ ਗੁਰੂ ਦੀ ਮੱਤ ਵਿੱਚ ਵੀ ਤੁਰਿਆ ਜਾ ਸਕਦਾ ਹੈ। ਕਿਉਂਕਿ ਗੁਰੂ ਦੀ ਮੱਤ ਅਨੁਸਾਰ ਜ਼ਿੰਦਗੀ ਜੀਣੀ, ਹੁਣ ਉਹ ਬੰਦਾ ਹੀ ਜਾਏਗਾ ਨਾ ਗੁਰੂ ਦੇ ਕੋਲ। ਇਹ ਵੀ ਇੱਕ ਸਿਸਟਮ ਹੀ ਹੈ ਨਾ, ਕਿ ਜੇ ਅਸੀਂ ਗੁਰੂ ਦੇ ਚਰਨਾਂ ਵਿੱਚ ਜਾਵਾਂਗੇ ਤਾਂ ਹੀ ਗੁਰੂ ਪਾਸੋਂ ਸਾਨੂੰ ਗਿਆਨ ਦੀ ਦਾਤ ਮਿਲੇਗੀ। ਤੇ ਜੇ ਕੋਈ ਗੁਰੂ ਦੇ ਚਰਨਾਂ ਵਿੱਚ ਜਾਂਦਾ ਹੀ ਨਹੀਂ ਹੈ ਤਾਂ ਉਹ ਦਾਤ ਤੋਂ ਵਾਂਝਾ ਰਹਿ ਜਾਏਗਾ। ਤਾਂ ਮਾਲਕ ਤੂੰ ਆਪ ਹੀ ਆਪਣੀ ਰਜ਼ਾ ਵਿੱਚ ਗੁਰੂ ਦੀ ਮੱਤ ਵਿੱਚ ਲਗਾਉਂਦਾ ਹੈ। ਜਿਨ ਹੋਹੇ ਦਇਆਲ, ਤਿਨ ਸਤਿਗੁਰ ਮੇਲੇ, ਮੁਖ ਗੁਰਮੁਖ ਹਰ ਸਮਝਾਵਣੀ। ਮੁਖ ਗੁਰਮੁਖ ਦਾ ਮਤਲਬ ਗੁਰੂ ਦੇ ਮੂੰਹੋਂ, ਯਾਨੀ ਗੁਰੂ ਦੇ ਉਪਦੇਸ਼ ਰਾਹੀਂ। ਜਿਨ੍ਹਾਂ ਉੱਤੇ ਤੂੰ ਦਇਆਵਾਨ ਹੁੰਦਾ ਹੈ ਉਹਨਾਂ ਤੋਂ ਗੁਰੂ ਦੇ ਨਾਲ ਮਿਲਾਉਂਦਾ ਹੈ। ਜਿਨ੍ਹਾਂ ਤੇ ਤੂੰ ਦਇਆਵਾਨ ਹੁੰਦਾ ਹੈ ਉਹਨਾਂ ਨੂੰ ਗੁਰੂ ਨਾਲ ਮਿਲਾਉਂਦਾ ਹੈ। ਇਹ ਚੀਜ਼ ਬੜੀ ਪਿਆਰੀ ਹੈ ਔਰ ਸਮਝਣ ਵਾਲੀ ਹੈ। ਜਿਨ੍ਹਾਂ ਤੇ ਦਇਆਵਾਨ ਹੁੰਦਾ ਉਹਨਾਂ ਨੂੰ ਗੁਰੂ ਮਿਲਾਉਂਦਾ ਹੈ। ਇਹਦਾ ਮਤਲਬ ਰੱਬ ਦੀ ਦਇਆ ਕੀ ਹੈ? ਗੁਰੂ ਦੇ ਨਾਲ ਮਿਲਣਾ। ਗੁਰੂ ਦਾ ਮਿਲਾਪ ਹੀ ਰੱਬ ਦੀ ਦਇਆ ਹੈ। ਦਇਆ ਹੋਏਗੀ ਗੁਰੂ ਨਾਲ ਮਿਲੇਗਾ, ਗੁਰੂ ਨਾਲ ਮਿਲੇਗਾ ਦਇਆ ਹੋਏਗੀ। ਦੋਵੇਂ ਇੰਟਰਰਿਲੇਟਿਡ ਨੇ। ਤਾਂ ਜੇ ਅਸੀਂ ਸਮਝਣਾ ਹੋਵੇ ਕਿ ਰੱਬ ਦੀ ਦਇਆ ਕਿਸ ਤੇ ਹੈ ਤਾਂ ਅਸੀਂ ਕਹਿ ਸਕਦੇ ਹਾਂ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰ ਰਿਹਾ ਹੈ, ਅਸਲੀ ਰੱਬ ਦੀ ਦਇਆ ਉਹਦੇ ਤੇ ਹੈ। ਉਹ ਰੱਬ ਦੀ ਦਇਆ ਦਾ ਪਾਤਰ ਹੈ। ਰੱਬ ਦੀ ਦਇਆ ਦਾ ਪਾਤਰ ਬਣਨ ਲਈ ਇੱਕੋ ਹੀ ਸਾਧਨ ਹੈ ਤੇ ਉਹ ਸਾਧਨ ਹੈ ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ। हे ਮਾਲਕ, ਜਿਨ੍ਹਾਂ ਤੇ ਦਇਆਵਾਨ ਹੁੰਦਾ ਹੈ ਉਹਨਾਂ ਨੂੰ ਤੂੰ ਗੁਰੂ ਮਿਲਾਉਂਦਾ ਹੈ ਤੇ ਗੁਰੂ ਦੇ ਮੂੰਹੋਂ ਤੂੰ ਉਹਨਾਂ ਨੂੰ ਆਪਣਾ ਗਿਆਨ ਦਿੰਦਾ ਹੈ। ਮੁਖ ਗੁਰਮੁਖ ਹਰ ਸਮਝਾਵਣੀ। ਮੁਖ ਗੁਰਮੁਖ ਦਾ ਮਤਲਬ ਗੁਰੂ ਦੇ ਮੂੰਹੋਂ, ਯਾਨੀ ਗੁਰੂ ਦੇ ਗਿਆਨ ਰਾਹੀਂ ਤੂੰ ਉਹਨਾਂ ਨੂੰ ਆਪਣਾ ਆਪਾ ਸਮਝਾਉਂਦਾ ਹੈ। ਯਾਨੀ ਪ੍ਰਭੂ ਦੀ ਜੋ ਸਮਝ ਹੈ ਉਹ ਸਾਨੂੰ ਗਿਆਨ ਗੁਰੂ ਰਾਹੀਂ ਆ ਸਕਦੀ ਹੈ। ਹੁਣ ਬਹੁਤੇ ਲੋਕ ਜੋ ਨੇ ਕਿਉਂ ਨਹੀਂ ਸਮਝ ਪਾਏ? ਉਹਦਾ ਕਾਰਨ ਇਹ ਹੈ ਕਿ ਉਹਨਾਂ ਨੇ ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਨਹੀਂ ਜੀਵੀ। ਕਿਸੇ ਬੰਦੇ ਨੂੰ ਉਹਨਾਂ ਨੇ ਮੁੱਖ ਰੱਖ ਲਿਆ ਹੈ ਕਿ ਫਲਾਂ ਬਾਬਾ ਇੰਜ ਕਹਿੰਦਾ ਸੀ ਜਾਂ ਫਲਾਂ ਬੰਦਾ ਇੰਜ ਕਹਿੰਦਾ ਸੀ।
ਉਹ ਤੇ ਰੱਬ ਬਾਰੇ ਇਹ ਕਹਿ ਰਿਹਾ ਹੈ, ਉਹ ਤੇ ਕਹਿੰਦਾ ਰੱਬ ਸੱਚਖੰਡ ਵਿੱਚ ਹੈ, ਫਲਾਂ ਬਾਬਾ ਤੇ ਕਹਿੰਦਾ 10ਵੇਂ ਦੁਆਰ ਵਿੱਚ ਪ੍ਰਾਣ ਚੜਾਇਆ ਰੱਬ ਮਿਲੇਗਾ, ਜਾਂ ਕੁਛ ਆਪੋ ਆਪਣੇ ਵਿਚਾਰ ਨੇ ਨਾ ਲੋਕਾਂ ਦੇ। ਜੇਕਰ ਇਹ ਅਸੀਂ ਕਹਿੰਦੇ ਵੀ ਗੁਰੂ ਕੀ ਕਹਿੰਦਾ, ਗੁਰੂ ਜੀ ਸਾਨੂੰ ਰੱਬ ਬਾਰੇ ਕੀ ਸਮਝਾ ਰਹੇ ਨੇ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਤਾਂ ਡਾਇਰੈਕਟ ਰੱਬ ਦੇ ਨਾਲ ਸਾਡਾ ਨਾਤਾ ਜੁੜਨਾ ਸੀ। ਇਹ ਮੈਥਡ ਹੈ, ਇਹ ਤਰੀਕਾ ਹੈ, ਗੁਰੂ ਹੀ ਵਿਚੋਲਾ ਹੈ। ਇਸ ਲਈ ਗੁਰੂ ਦੇ ਉਪਦੇਸ਼ ਰਾਹੀਂ ਪ੍ਰਭੂ ਤੂੰ ਆਪਣਾ ਆਪਾ ਸਮਝਾਉਂਦਾ ਹੈ, ਆਪਣੀ ਸੂਝ ਬਖਸ਼ਿਸ਼ ਕਰਦਾ ਹੈ। ਇਸ ਲਈ ਗੁਰਦੇਵ ਸਾਨੂੰ ਸਮਝਾ ਰਹੇ ਨੇ, ਸਭ ਬੋਲੋ ਰਾਮ ਰਮੋ, ਸ੍ਰੀ ਰਾਮ ਰਮੋ, ਜਿਤ ਦਾਲਦ ਦੁੱਖ ਭੁੱਖ ਸਭ ਲਹਿ ਜਾਵਣੀ। ਦਾਲਿਦ ਦਾ ਮਤਲਬ ਦਰਿਦਰ, ਗਰੀਬੀ, ਸਭ ਦਾ ਮਤਲਬ ਸਾਰੇ, ਰਾਮ ਰਮੋ ਦਾ ਮਤਲਬ ਜੋ ਰਮਿਆ ਹੋਇਆ ਸੋਹਣਾ ਪ੍ਰਭੂ ਹੈ, ਰਾਮ ਦਾ ਮਤਲਬ ਜੋ ਰਮਿਆ ਹੋਇਆ ਹੈ ਜ਼ਰਰੇ ਜ਼ਰਰੇ ਵਿੱਚ। ਤੁਸੀਂ ਸਾਰੇ ਹੀ ਰਮੇ ਹੋਏ ਪ੍ਰਭੂ ਦੇ ਗੁਣ ਗਾਓ। ਬੋਲੋ ਦਾ ਮਤਲਬ ਗੁਣ ਗਾਓ, ਸਿਫਤ ਸਲਾਹ ਕਰੋ, ਗੁਣਾਂ ਦੇ ਧਾਰਨੀ ਹੋਵੋ, ਜਿਹਦੀ ਬਰਕਤ ਨਾਲ ਸਾਰੇ ਦੁੱਖ ਔਰ ਦਰਿਦਰ ਦੂਰ ਹੋ ਜਾਂਦੇ ਨੇ। ਸਭ ਬੋਲੋ ਰਾਮ ਰਮੋ, ਸ੍ਰੀ ਰਾਮ ਰਮੋ, ਜਿਤ ਦਾਲਦ ਦੁੱਖ ਭੁੱਖ ਸਭ ਲਹਿ ਜਾਵਣੀ। ਗੁਰੂ ਜੀ ਕਹਿੰਦੇ ਨੇ, हे ਭਾਈ ਤੁਸੀਂ ਸਾਰੇ ਹੀ ਪ੍ਰਭੂ ਦੀ ਸਿਫਤ ਸਲਾਹ ਕਰੋ, ਰੱਬੀ ਗੁਣਾਂ ਨੂੰ ਉਚਾਰਨ ਕਰੋ, ਰੱਬੀ ਗੁਣਾਂ ਦੇ ਧਾਰਨੀ ਹੋਵੋ, ਰੱਬੀ ਗੁਣਾਂ ਦੀ ਬਰਕਤ ਨਾਲ, ਰੱਬੀ ਸਿਫਤ ਸਲਾਹ ਦੀ ਬਰਕਤ ਦੇ ਨਾਲ ਸਾਰੇ ਦੁੱਖ ਭੁੱਖ ਔਰ ਦਰਿਦਰ ਆਦਿਕ ਦੂਰ ਹੋ ਜਾਂਦੇ ਨੇ, ਔਰ ਇਨਸਾਨ ਸੁਖੀ ਔਰ ਸ਼ਾਂਤ ਹੋ ਜਾਂਦਾ ਹੈ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਉਹ ਸਵਾਲ ਕਰ ਸਕਦੇ ਹੋ। ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ ਦੇਣੇ ਨੇ ਤਾਂ ਉਹ ਅਨਮਿਊਟ ਹੋ ਕੇ ਆਪਣੇ ਵਿਚਾਰ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।